ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 222 ਤੇ ਪਹਿਲੀ ਪੰਕਤੀ ਹੈ। ਗੌੜੀ ਗੁਆਰੇਰੀ ਮਹਿਲਾ ਪਹਿਲਾ। ਖਿਆਲ ਕरें ਜਾਤ ਨੂੰ ਪੜ੍ਹਨੇ ਮਹਿਲਾ, ਮੰਮੇ ਨੂੰ ਦਲਾਵਾਂ ਲਾ ਕੇ। ਕਈ ਪੜ੍ਹਦੇ ਮਹਿਲਾ, ਹਾਹੇ ਤੇ ਦਲਾਵਾਂ ਲਾ ਦਿੰਦੇ ਨੇ, ਕਿਉਂਕਿ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਮੰਮਾ, ਅਤੇ ਹਿੰਦੀ ਪੰਜਾਬੀ ਦੇ ਨਿਯਮ ਹੈ ਕਿ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਤਾਂ ਉਸ 'ਤੇ ਦਲਾਵਾਂ ਲੱਗਦੀਆਂ। ਇਸ ਲਈ ਹੋ ਗਿਆ ਮਹਿਲਾ, ਜਾਂ ਇਹਨੂੰ ਪੜ੍ਹਨਾ ਮਹੱਲਾ। ਮਹੱਲਾ ਅਰਬੀ ਭਾਸ਼ਾ ਦਾ ਸ਼ਬਦ ਹੈ, ਮਹਿਲਾ ਫਾਰਸੀ ਦਾ ਸ਼ਬਦ ਹੈ। ਭਾਵ ਹੈ ਗੁਰੂ। ਇੱਥੇ ਭਾਵ ਕੀ ਹੈ? ਕਿਉਂਕਿ ਸਿਰ ਗੁਰੂਆਂ ਦੇ ਨਾਲ ਹੀ ਇਹ ਮਹੱਲਾ ਸ਼ਬਦ ਲੱਗਾ, ਹੋਰ ਕਿਤੇ ਬਾਣੀ 'ਚ ਕਿਸੇ ਦੇ ਨਾਲ ਨਹੀਂ ਲੱਗਾ। ਇਸ ਤੋਂ ਭਾਵ ਹੈ ਕਿ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਗੁਰੂ। ਰਾਗ ਦਾ ਨਾਂ ਹੈ ਗੌੜੀ ਗੁਆਰੇਰੀ। ਮਹਿਲਾ ਪਹਿਲਾ ਦਾ ਮਤਲਬ ਹੈ ਗੁਰੂ ਪਹਿਲਾ, ਵੀ ਪਹਿਲੇ ਗੁਰੂ ਦੀ ਬਾਣੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਨਾ ਮਨ ਮਰੈ ਨਾ ਕਾਰਜ ਹੋਏ, ਮਨ ਵਸ ਦੂਤਾਂ ਦੁਰਮਤ ਦੋਏ, ਮਨ ਮਾਨੈ ਗੁਰ ਤੇ ਇੱਕ ਹੋਏ। ਜਿੰਨਾ ਚਿਰ ਮਨ ਨਹੀਂ ਮਰਦਾ, ਭਾਵ ਜਿੰਨਾ ਚਿਰ ਮਨ ਮਨੁੱਖ ਦੇ ਵੱਸ 'ਚ ਨਹੀਂ ਆਉਂਦਾ, ਉਨਾ ਚਿਰ ਜਿਹੜਾ ਕਾਰਜ ਹੈ ਪਰਮਾਤਮਾ ਦੀ ਪ੍ਰਾਪਤੀ ਦਾ, ਪਰਮਾਤਮਾ ਦੀ ਪ੍ਰਾਪਤੀ ਦਾ ਜੋ ਕਾਰਜ ਹੈ ਉਹ ਸਿਰੇ ਨਹੀਂ ਚੜ੍ਹਦਾ। ਜਿੰਨਾ ਚਿਰ ਮਨ ਨਹੀਂ ਮਰਦਾ, ਉਨਾ ਚਿਰ ਪ੍ਰਾਪਤੀ ਵਾਲਾ ਕਾਰਜ ਨਹੀਂ ਹੁੰਦਾ। ਜਦੋਂ ਮਨ ਵਸ 'ਚ ਆ ਜਾਂਦਾ ਹੈ, ਫਿਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹੁਣ ਮਨ ਹੈ ਕਿ ਜਿਹਨੂੰ ਮਾਰਨਾ ਅਸੀਂ ਆਖਰਕਾਰ ਹੈ, ਵੀ ਕਿਉਂ ਮਾਰਨਾ? ਮਨ ਵਸ ਦੂਤਾਂ ਦੁਰਮਤ ਦੋਏ। ਜਿਹੜਾ ਮਨ ਹੈ, ਦੂਤ ਪੰਜ ਗਿਣੇ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਨੂੰ ਪੰਜ ਰੋਗ ਵੀ ਕਿਹਾ ਗਿਆ, ਇਹਨਾਂ ਨੂੰ ਪੰਜ ਦੂਤ ਵੀ ਕਿਹਾ ਗਿਆ, ਇਹਨਾਂ ਨੂੰ ਪੰਜ ਤਸਕਰ ਵੀ ਕਿਹਾ ਗਿਆ ਹੈ। ਮਨ ਜਿਹੜਾ ਹੈ ਦੂਤਾਂ ਭਾਵ ਬੁਰਾਈਆਂ ਦੇ ਵਸ 'ਚ ਹੈ, ਦੁਰਮਤ ਭੈੜੀ ਮਤ ਦੇ ਅਧੀਨ ਹੈ, ਦੋਏ ਅਤੇ ਦਵੈਤ ਭਾਵਨਾ 'ਚ। ਮਨ ਜਿਹੜਾ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ 'ਚ, ਦੁਰਮਤ ਭੈੜੀ ਮਤ ਦੇ ਵਸ 'ਚ, ਦੋਏ ਦਵੈਤ ਭਾਵਨਾ ਕਾਰਨ। ਸੰਸਾਰ ਵਿੱਚ ਦਵੈਤ ਭਾਵਨਾ ਹੈ। ਦਵੈਤ ਹੁੰਦਾ ਦੋ। ਸੰਸਾਰ 'ਚ ਕੋਈ ਇੱਕ ਚੀਜ਼ ਨਹੀਂ ਹੈ। ਜੇ ਦੁੱਖ ਹੈ ਤਾਂ ਨਾਲ ਸੁੱਖ ਵੀ ਹੈ, ਦੋਨੋਂ ਨੇ। ਗਮੀ ਹੈ ਤਾਂ ਖੁਸ਼ੀ ਵੀ ਹੈ, ਦਿਨ ਹੈ ਤਾਂ ਰਾਤ ਵੀ ਹੈ, ਚਾਨਣ ਹੈ ਤਾਂ ਹਨੇਰਾ ਵੀ ਹੈ, ਬੰਦਾ ਤਾਂ ਜਨਾਨੀ ਵੀ ਹੈ, ਕੁੱਤਾ ਤਾਂ ਕੁੱਤੀ ਵੀ ਹੈ। ਸੰਸਾਰ 'ਚ ਹਰ ਚੀਜ਼ ਦੋ ਦੋ ਨੇ। ਇਸ ਲਈ ਮਨੁੱਖ ਦੇ ਅੰਦਰ ਦਵੈਤ ਭਾਵਨਾ ਰਹਿੰਦੀ, ਦੋ ਖਿਆਲ ਚੱਲਦੇ ਰਹਿੰਦੇ ਨੇ, ਕਦੇ ਪਰਮਾਤਮਾ ਦਾ, ਕਦੇ ਦੂਸਰ ਮਾਇਆ ਦਾ। ਇਸ ਲਈ ਮਨ ਤੇ ਦੂਤਾਂ ਦੇ ਵਸ 'ਚ ਹੈ। ਮਨ ਤਾਂ ਦੁਰਮਤ ਭੈੜੀ ਮਤ ਕਾਰਨ ਹੈ, ਮਨ ਦਵੈਤ ਭਾਵਨਾ 'ਚ ਹੈ। ਇਸ ਕਰਕੇ ਮਨ ਮਰ ਨਹੀਂ ਰਿਹਾ। ਹੁਣ ਮਰੇ ਕਿਵੇਂ? ਕਿਉਂਕਿ ਮਰੇਗਾ ਤੇ ਕਾਰਜ ਹੋਏਗਾ। ਮਰੇ ਕਿਵੇਂ? ਮਨ ਮਾਨੈ ਗੁਰ ਤੇ ਇੱਕ ਹੋਏ। ਗੁਰੂ ਰਾਹੀਂ ਜਦੋਂ ਮਨ ਮੰਨ ਜਾਏਗਾ ਕਿ ਪਰਮਾਤਮਾ ਹੀ ਸਭ ਕੁਛ ਕਰਨ ਵਾਲਾ ਹੈ, ਇਹ ਜੋ ਕੋਈ ਸਾਰਾ ਦਿਸ ਰਿਹਾ ਇਹ ਪਰਮਾਤਮਾ ਦਾ ਹੀ ਰੂਪ ਹੈ, ਪਰਮਾਤਮਾ ਤੋਂ ਅਲੱਗ ਕੁਝ ਵੀ ਸੰਸਾਰ ਵਿੱਚ ਨਹੀਂ ਹੈ। ਇਸ ਲਈ ਜਦੋਂ ਮਨ ਮੰਨ ਜਾਏਗਾ ਪਰਮਾਤਮਾ ਦਾ ਨਾਮ ਜਪਣ ਲਈ, ਤੇ ਉਹ ਮੰਨੇਗਾ ਕਿਵੇਂ? ਗੁਰ ਤੇ। ਗੁਰੂ ਰਾਹੀਂ ਜਦੋਂ ਮਨ ਮੰਨ ਜਾਏਗਾ, ਇੱਕ ਹੋਏ, ਫਿਰ ਰੱਬ ਰੂਪ ਹੋ ਜਾਏਗਾ। ਫਿਰ ਇਹੀ ਵਿਅਕਤੀ ਇੱਕ ਹੋਏ।
ਇੱਕ ਪਰਮਾਤਮਾ ਦਾ ਰੂਪ ਹੋ ਜਾਏਗਾ, ਇਹਦਾ ਕਾਰਜ ਸਿੱਧ ਹੋ ਜਾਏਗਾ। ਕਾਰਜ ਕਿਉਂ ਨਹੀਂ ਸਿੱਧ ਹੋ ਰਿਹਾ? ਕਿ ਮਨ ਨਹੀਂ ਮਾਰਿਆ। ਮਨ ਕਿਉਂ ਨਹੀਂ ਮਾਰਿਆ? ਕਿ ਮਨ ਦੂਤਾਂ ਦੇ, ਦੁਰਮਤ ਦੇ ਤੇ ਦਵੈਤ ਭਾਵਨਾ ਦੇ ਵਸ ਵਿੱਚ ਹੈ। ਹੁਣ ਇਹ ਮਰੇ ਕਿਵੇਂ? ਮਨ ਮਾਨੈ ਗੁਰ ਤੇ ਇੱਕ ਹੋਏ। ਜਦੋਂ ਗੁਰੂ ਰਾਹੀਂ ਮਨ ਮੰਨ ਜਾਏਗਾ ਪਰਮਾਤਮਾ ਨੂੰ, ਉਹਦੇ ਨਾਮ ਨੂੰ, ਤਾਂ ਫਿਰ ਇੱਕ ਦਿਨ ਪਰਮਾਤਮਾ ਦਾ ਹੀ ਰੂਪ ਹੋ ਜਾਏਗਾ। ਉਹਦੇ ਸਮਝੋ ਮਨ ਮਰ ਗਿਆ। ਹੁਣ ਮੈਂ ਗਾਵਾਂਗਾ, ਤੁਸੀਂ ਮਗਰ ਗਾਉਣਾ। ਨਾ ਮਨ ਮਰੈ ਨਾ ਕਾਰਜ ਹੋਏ, ਨਾ ਮਨ ਮਰੈ ਨਾ ਕਾਰਜ ਹੋਏ, ਨਾ ਮਨ ਮਰੈ ਨਾ ਕਾਰਜ ਹੋਏ, ਨਾ ਮਨ ਮਰੈ ਨਾ ਕਾਰਜ ਹੋਏ। ਮਨ ਵਸ ਦੂਤਾਂ ਦੁਰਮਤ ਦੋਏ, ਮਨ ਵਸ ਦੂਤਾਂ ਦੁਰਮਤ ਦੋਏ, ਮਨ ਵਸ ਦੂਤਾਂ ਦੁਰਮਤ ਦੋਏ, ਮਨ ਵਸ ਦੂਤਾਂ ਦੁਰਮਤ ਦੋਏ। ਮਨ ਮਾਨੈ ਗੁਰ ਤੇ ਇੱਕ ਹੋਏ, ਮਨ ਮਾਨੈ ਗੁਰ ਤੇ ਇੱਕ ਹੋਏ, ਮਨ ਮਾਨੈ ਗੁਰ ਤੇ ਇੱਕ ਹੋਏ, ਮਨ ਮਾਨੈ ਗੁਰ ਤੇ ਇੱਕ ਹੋਏ। ਨਿਰਗੁਣ ਰਾਮ ਗੁਣੇ ਵਸ ਹੋਏ। ਰੱਬ ਨੂੰ ਵਸ 'ਚ ਕਰਨਾ ਕਹਿੰਦੇ ਕਿਵੇਂ ਹੋਊਗਾ? ਨਿਰਗੁਣ ਭਾਵ ਪਰਮਾਤਮਾ। ਪਰਮਾਤਮਾ ਗੁਣਾਂ ਦੇ ਵਸ 'ਚ ਹੈ। ਤੁਸੀਂ ਆਪਣੇ ਅੰਦਰ ਗੁਣ ਪੈਦਾ ਕਰ ਲਓ, ਪਰਮਾਤਮਾ ਤੁਹਾਡੇ ਵਸ 'ਚ ਹੋ ਜਾਏਗਾ। ਪਰਮਾਤਮਾ ਤੁਹਾਡੀ ਮੁੱਠੀ 'ਚ ਆ ਜਾਏਗਾ। ਗੁਣ ਚਾਹੀਦੇ ਨੇ ਅੰਦਰ। ਗੁਣ ਹੁਣ ਕਿਵੇਂ ਪੈਦਾ ਹੋਣ? ਇੱਕ ਤਾਂ ਆਪ ਨਿਵਾਰ ਵਿਚਾਰੇ ਸੋਏ। ਆਪ ਦੇ ਹਉਮੈ ਹੰਕਾਰ ਨੂੰ ਛੱਡ ਕੇ ਵਿਚਾਰੇ ਸੋਏ ਉਸ ਪਰਮਾਤਮਾ ਦਾ ਨਾਮ ਜਪਣਾ। ਹੰਕਾਰ ਛੱਡਣਾ, ਇਹ ਮੇਰਾ ਹੈ, ਇਹ ਮੇਰੀ ਚੀਜ਼ ਹੈ, ਮੈਂ ਇਹ ਕੀਤਾ, ਮੈਂ ਕਰਾਂਗਾ, ਇਹ ਮੇਰ ਛੱਡਣੀ। ਅਸੀਂ ਕਿਉਂ ਕਹਿੰਦੇ ਹਾਂ? ਕਿਉਂਕਿ ਸਾਨੂੰ ਇਹ ਵੀ ਮੈਂ ਕੀਤਾ, ਮੈਂ ਕਰ ਰਿਹਾ, ਮੈਂ ਸਤਸੰਗ 'ਚ ਆਇਆ, ਮੈਂ ਕਥਾ ਕਰ ਰਿਹਾ। ਤੁਸੀਂ ਸਤਸੰਗ 'ਚ ਨਹੀਂ ਆਏ, ਤੁਹਾਨੂੰ ਪਰਮਾਤਮਾ ਨੇ ਭੇਜਿਆ। ਪਰਮਾਤਮਾ ਨੇ ਤੁਹਾਨੂੰ ਤੰਦਰੁਸਤੀ ਦਿੱਤੀ ਇੱਕ, ਨਹੀਂ ਤਾਂ ਪੌੜੀ ਨਹੀਂ ਸੀ ਚੜ੍ਹ ਹੋਣੀ। ਨੰਬਰ 2, ਪਰਮਾਤਮਾ ਨੇ ਤੁਹਾਨੂੰ ਵੇਹਲ ਦਿੱਤੀ, ਤਾਂ ਹੀ ਤੁਸੀਂ ਆਏ ਨਾ। ਪਰਮਾਤਮਾ ਨੇ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ ਰੋਕਤੇ ਕਿ ਇਸ ਵੇਲੇ ਨਹੀਂ ਜਾਣਾ, ਉਹ ਸਤਸੰਗ ਕਰਨ ਜਾਣਾ ਉਸਨੇ। ਅਤੇ ਤੁਹਾਨੂੰ ਕਿਹਾ ਵੀ ਜੋ ਸਮਾਂ ਹੋ ਗਿਆ ਜਾਓ ਭਾਈ, ਇਹ ਤਾਂ ਆਇਓ ਤੁਸੀਂ। ਜਦੋਂ ਤੁਸੀਂ ਕਹਿ ਰਹੇ ਮੈਂ ਜਾਨੀ, ਮੈਂ ਜਾਨਾ, ਉਹ ਕਹੇ ਚੰਗਾ ਫਿਰ ਦੇਖਦਾ, ਉਹਦੇ ਹੀ ਗੜਬੜ ਕਰ ਦੂ, ਕੋਈ ਘਰ ਹੀ ਰਹਿ ਜਾਓਗੇ, ਢਿੱਲੇ ਮੱਠੇ ਹੋ ਜਾਓਗੇ, ਕੁਛ ਨਹੀਂ ਪਤਾ ਲੱਗਦਾ। ਹੁਣ ਮੈਂ ਕਿਹਾ ਮੈਂ ਕਥਾ ਕਰਦਾ, ਉਹ ਕਹਿੰਦਾ ਮੈਂ ਤੈਨੂੰ ਦਿੱਤੀ ਹੈ ਤੰਦਰੁਸਤੀ, ਤੂੰ ਪਿੱਛੇ ਕਈ ਦਿਨ ਕਥਾ ਨਹੀਂ ਕੀਤੀ, ਉਦੋਂ ਫਿਰ ਕਰ ਲੈਂਦਾ। ਜੇ ਮੈਂ ਕਥਾ ਕਰਦਾ ਤਾਂ ਫਿਰ ਜੇ ਤੂੰ ਹਸਪਤਾਲ ਸੀ ਉਦੋਂ ਫਿਰ ਕਿਉਂ ਨਾ ਕੀਤੀ ਬਈ? ਪਰਮਾਤਮਾ ਕਰਵਾਉਂਦਾ, ਉਹਨੇ ਤੰਦਰੁਸਤੀ ਦਿੱਤੀ, ਉਹਨੇ ਗਲਾ ਠੀਕ ਦਿੱਤਾ, ਉਹਨੇ ਗੋਡੇ ਠੀਕ ਦਿੱਤੇ ਨੇ, ਉਹਨੇ ਅੰਦਰੋਂ ਪ੍ਰੇਰਿਆ ਕਿ ਜਾ ਭਾਈ ਕਥਾ ਵਾਰਤਾ ਕਰ, ਇਹ ਤਾਂ ਗੱਲ ਬਣਦੀ ਹੈ। ਇਹ ਬਹੁਤ ਸਮੇਂ ਬਾਅਦ ਜਾ ਕੇ ਮਹਿਸੂਸ ਹੋਣਾ। ਅਸੀਂ ਕਹੀ ਜਾਣੇ ਮਰਨ ਤੱਕ ਮੈਂ ਕਰ ਪਾਇਆ, ਦੇਖਣ ਨੂੰ ਬਿਲਕੁਲ ਠੀਕ ਹੈ, ਦੇਖਣ ਨੂੰ ਕੋਈ ਸ਼ੱਕ ਨਹੀਂ, ਤੁਹਾਡਾ ਘਰ ਤੁਸੀਂ ਪਾਇਆ, ਮੈਂ ਜਾਂ ਗੁਆਂਢੀਆਂ ਨੇ ਨਹੀਂ ਪਾਇਆ, ਤੁਸੀਂ ਪਾਇਆ।
ਕੁਛ ਆਪਣੇ ਕੋਲੋਂ ਪੈਸੇ ਖਰਚੇ, ਕੁਝ ਬਚਾਏ, ਕੁਝ ਲੋਨ ਲਿਆ, ਕੁਝ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੋਂ ਫੜੇ ਹੋਣਗੇ, ਫਿਰ ਘਰ ਪਿਆ। ਬੜੇ ਪਾਪੜ ਵੇਲੇ ਤੁਸੀਂ। ਠੀਕ ਹੈ, ਕਿਉਂਕਿ ਘਰ ਸਭ ਤੋਂ ਵੱਡੀ ਆਈਟਮ ਹੈ। ਜਿਹੜਾ ਵੀ ਵਿਆਹ ਕਰਾਉਂਦਾ ਮੈਨੂੰ ਇੱਕੋ ਹੀ ਗੱਲ ਕਹਿਣਾ, ਮੈਂ ਦੇਖ ਘਰ ਸਭ ਤੋਂ ਜ਼ਰੂਰੀ ਚੀਜ਼ ਹੈ ਔਰ ਇਹ ਸਭ ਤੋਂ ਵੱਡੀ ਆਈਟਮ ਹੈ। ਘਰ ਦੇ ਬਦਲੇ ਕਈ ਕਾਰਾਂ ਖਰੀਦੀਆਂ ਜਾ ਸਕਦੀਆਂ, ਕਾਰਾਂ ਦੇ ਚੱਕਰ 'ਚ ਨਾ ਪਈ। ਤੁਸੀਂ ਆਪਣਾ ਕੁਛ ਬਚਾਓ, ਲੋਨ ਲਓ, ਸਭ ਤੋਂ ਪਹਿਲਾਂ ਘਰ ਪਾਓ। ਬਾਕੀ ਸਾਰੇ ਖਰਚੇ ਛੋਟੇ ਛੋਟੇ ਨੇ। 6-7 ਲੱਖ 'ਚ ਕਾਰ ਆ ਜਾਂਦੀ ਹੈ, ਪਰ ਘਰ 6-7 ਲੱਖ 'ਚ ਕੋਈ ਨਹੀਂ ਪੈਂਦਾ। 2 ਰੂਮ ਸੈੱਟ ਵੀ ਤੁਸੀਂ ਪਾਓਗੇ, 2 ਕਮਰੇ ਪਾਓਗੇ, ਇੱਕ ਡਰਾਇੰਗ ਰੂਮ ਪਾਓਗੇ, ਰਸੋਈ ਗੁਸਲਖਾਨਾ ਬਣਾਓ, ਤਾਂ ਵੀ ਕਿੰਨਾ ਖਰਚਾ ਆਉਂਦਾ। ਵੀ ਸਭ ਤੋਂ ਪਹਿਲਾਂ ਘਰ ਪਾਉਣਾ, ਉਸ ਤੋਂ ਬਾਅਦ ਹੋਰ ਕੰਮ ਕਰਨੇ। ਅਸੀਂ ਇਸ ਤਰ੍ਹਾਂ ਕੀਤਾ, ਕਿਰਾਏ 'ਤੇ ਰਹੀ ਗਏ, ਹੌਲੇ ਫਿਰ ਪਲਾਟ ਲੈ ਲਿਆ, ਫਿਰ ਉਸ 'ਤੇ ਲੋਨ ਲੈ ਲਿਆ, ਫਿਰ ਘਰ ਪਾ ਲਿਆ। ਉਸ ਤੋਂ ਬਾਅਦ ਫਿਰ ਜੋ ਮਰਜ਼ੀ ਪਏ ਕਰੋ। ਹੁਣ ਦੇਖਣ ਨੂੰ ਮੈਂ ਹੀ ਕਹਿ ਰਿਹਾ ਨਾ, ਅਸੀਂ ਪਹਿਲਾਂ ਪਲਾਟ ਲਿਆ, ਫਿਰ ਲੋਨ ਲਿਆ, ਹੈ ਨਾ, ਲੱਗਦਾ ਤਾਂ ਹੀ ਹੈ ਨਾ। ਪਰ ਜੇ ਤੁਸੀਂ 7ਵੀਂ ਅਸ਼ਟਪਦੀ ਪੜ੍ਹੋ, 6ਵੀਂ ਸੁਖਮਨੀ ਸਾਹਿਬ ਦੀ 6ਵੀਂ ਅਸ਼ਟਪਦੀ ਪੜ੍ਹੋ ਧਿਆਨ ਨਾਲ ਅਰਥਾਂ ਸਮੇਤ, ਤਾਂ ਤੁਹਾਨੂੰ ਗਿਆਨ ਹੋ ਜਾਏਗਾ ਕਿ ਜੋ ਕੁਛ ਤੁਹਾਡੇ ਕੋਲ ਹੈ ਇਹ ਤਾਂ ਸਾਰਾ ਪਰਮਾਤਮਾ ਦਾ ਦਿੱਤਾ ਹੈ। ਜਿਹੜਾ ਰੋਟੀ ਪਾਣੀ ਖਾ ਰਿਹਾ ਨਾ ਵਧੀਆ ਵਧੀਆ, ਕਦੇ ਖੀਰ ਖਾਂਦੇ ਹੋ, ਕਦੇ ਕੁਛ ਕਦੇ ਕੁਛ, ਚੇ ਪ੍ਰਸਾਦ 36 ਅੰਮ੍ਰਿਤ ਖਾਏ। ਇਹ ਨਹੀਂ ਕਿ ਆਪਣੀ ਮਿਹਨਤ ਨਾ ਖਾ ਰਹੇ, ਨੋ, ਜਿਹੇ ਪ੍ਰਸਾਦ 36 ਅੰਮ੍ਰਿਤ ਖਾਏ, ਜਿਸ ਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦਾ ਭੋਜਨ ਖਾ ਰਹੇ, ਤਿਸ ਠਾਕਰ ਕੋ ਰੱਖ ਮਨ ਮਾਹੇ। ਉਸ ਪਰਮਾਤਮਾ ਨੂੰ ਹਮੇਸ਼ਾ ਮਨ 'ਚ ਯਾਦ ਰੱਖ, ਧਿਆਨ ਨਾਲ ਪੜ੍ਹੋ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ, ਜਿਹਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਪਾ ਰਹੇ, ਬੜੇ ਮਹਿੰਗੇ ਮਹਿੰਗੇ ਕੱਪੜੇ ਪਾਉਣੇ, ਉਹਦੀ ਕਿਰਪਾ ਨਾਲ। ਜਦੋਂ ਹੋ ਜਾਏਗਾ ਗਿਆਨ, ਫਿਰ ਬਾਣੀ 'ਤੇ ਵਿਸ਼ਵਾਸ ਲਿਆਉਣਾ, ਮੇਰੇ ਗਿਆਨ ਨਾਲ ਨਹੀਂ ਚੱਲੇਗਾ। ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਕੱਲ੍ਹ ਹੀ ਪੜ੍ਹਿਆ ਨਾ ਆਪਾਂ, ਇਹ ਬਾਣੀ ਰੱਬੀ ਬਾਣੀ ਹੈ ਅਤੇ ਰੱਬ ਸੱਚ ਹੈ। ਇੱਕੋ ਹੀ ਸੱਚ ਹੈ ਸੰਸਾਰ 'ਚ, ਅਤੇ ਉਹ ਪਰਮਾਤਮਾ ਹੈ। ਬਾਕੀ ਸਾਰਾ ਕੂੜ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੀਆਂ, ਕੂੜ ਬੀਬੀ, ਪਤੀ ਪਤਨੀ ਵੀ ਕੂੜ ਹੈ ਨਾ। ਕੂੜ ਦਾ ਭਾਵ ਕਿ ਝੂਠੇ ਤੋਂ ਨਹੀਂ, ਨਾਸ਼ਵਾਨ ਤੋਂ ਹੈ। ਸੱਚ ਇੱਕੋ ਹੀ ਹੈ ਪਰਮਾਤਮਾ, ਜੋ ਨਾ ਜੰਮਦਾ ਨਾ ਮਰਦਾ ਹੈ। ਅਸੀਂ ਜਨਮ ਲਿਆ ਤਾਂ ਮਰਾਂਗੇ ਵੀ। ਹੁਣ ਜੋ ਵੀ ਸੰਸਾਰ ਹੋਰ ਚੀਜ਼ ਪਰਮਾਤਮਾ ਨੇ ਬਣਾਈ ਹੈ, ਉਹ ਸਾਰੇ ਨਾਸ਼ਵਾਨ ਹੈ, ਅਤੇ ਜੋ ਕੁਝ ਸਾਡੇ ਕੋਲ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਹੁਣ ਪਰਮਾਤਮਾ ਕਹਿੰਦਾ ਵੀ ਤੁਹਾਨੂੰ ਮੈਂ ਦਿੱਤਾ, ਮੇਰੀ ਮਰਜ਼ੀ ਹੈ, ਮੈਂ ਜੋ ਤੁਹਾਨੂੰ ਦਿੱਤਾ ਜੋ ਮਰਜ਼ੀ ਵਾਪਸ ਲੈ ਸਕਦਾ, ਜਦੋਂ ਮਰਜ਼ੀ ਲੈ ਸਕਦਾ, ਤੁਸੀਂ ਚੀਂ ਫੀ ਨਹੀਂ ਕਰਨੀ। ਇਹ ਹੈ ਬ੍ਰਹਮ ਗਿਆਨ ਦੀ ਅਵਸਥਾ। ਸਾਡੇ ਧੀ ਪੁੱਤਰ ਹੋ ਗਏ, ਬੜੇ ਔਖੇ ਮੰਨ ਲਓ ਹੋਏ, ਇੱਕ ਪਰਮਾਤਮਾ ਲੈ ਗਏ, ਆਪਾਂ ਰੋਂਦੇ ਪਿੱਟਦੇ ਕਿ ਨਹੀਂ? ਉਹ ਕਹਿੰਦਾ ਇਹ ਤਾਂ ਮੇਰੇ ਨੇ, ਇਹ ਤਾਂ ਤੁਹਾਡੇ ਰਾਹੀਂ ਮੈਂ ਸੰਸਾਰ 'ਤੇ ਭੇਜੇ ਨੇ, ਤੁਹਾਡੇ 'ਤੇ ਹੈ ਹੀ ਨਹੀਂ। ਮੂਰਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਗੁਰਬਾਣੀ ਜਿਹੜਾ ਮੂਰਖ ਹੈ ਉਹ ਕਹਿੰਦੇ ਇਹ ਧੀ ਮੇਰੀ ਹੈ, ਪੁੱਤਰ ਮੇਰੇ। ਕਹਿੰਦੇ ਤੁਹਾਡੇ ਨਹੀਂ, ਪਰਮਾਤਮਾ ਕਹਿੰਦੇ ਮੇਰੇ ਨੇ, ਸਿਰਫ ਤੁਹਾਡੇ ਰਾਹੀਂ ਸੰਸਾਰ 'ਤੇ ਭੇਜੇ ਨੇ, ਤੁਹਾਡੇ ਰਾਹੀਂ ਮੈਂ ਇਹਨਾਂ ਦੀ ਪਾਲਣਾ ਪੋਸ਼ਣਾ ਕਰਾਂਗਾ, ਤੁਹਾਡੇ ਰਾਹੀਂ ਮੈਂ ਹੀ ਆਪਣੇ ਬੱਚਿਆਂ ਦੀ, ਤੁਸੀਂ ਵੀ ਮੇਰੇ ਬੱਚੇ ਹੋ। ਪਰਮਾਤਮਾ ਕਹਿੰਦੇ ਤੁਸੀਂ ਵੀ ਮੇਰੇ ਬੱਚੇ ਹੋ, ਤੁਹਾਡੀ ਪਾਲਣਾ ਪੋਸ਼ਣਾ ਤੁਹਾਡੇ ਮਾਂ ਬਾਪ ਰਾਹੀਂ ਮੈਂ ਕਰਾਈ। ਜਿਹੜੇ ਤੁਹਾਡੇ ਬੱਚੇ ਨੇ ਉਹ ਵੀ ਮੇਰੇ ਹੀ ਨੇ, ਸਿਰਫ ਤੁਹਾਡੇ ਰਾਹੀਂ ਸੰਸਾਰ 'ਤੇ ਭੇਜੇ ਨੇ ਕਿ ਇਹਨਾਂ ਨੂੰ ਪਾਲੋ ਪੋਸ਼ੋ। ਇਹ ਮੇਰੇ ਨੇ, ਮੈਂ ਜਦੋਂ ਮਰਜ਼ੀ ਹੈ ਇਹਨਾਂ 'ਚ ਕੋਈ ਲਿਜਾ ਸਕਦਾ ਹਾਂ। ਇਸ ਲਈ ਬ੍ਰਹਮ ਗਿਆਨੀ ਰੋਂਦਾ ਨਹੀਂ ਹੁੰਦਾ।
7 ਸਾਲ ਤੇ 9 ਸਾਲ ਦੇ ਬੱਚੇ ਦੇ ਸ਼ਹੀਦ ਕਰਦੇ ਨੀਹਾਂ 'ਚ ਚਿਣ ਕੇ। ਗੁਰੂ ਮਹਾਰਾਜ ਕੋਈ ਰੋਏ ਨਹੀਂ ਹੈਗੇ, ਕੋਈ ਅੱਖਾਂ 'ਚ ਅੱਥਰੂ ਨਹੀਂ ਡਿੱਗੇ। 2 ਸਾਹਿਬਜ਼ਾਦੇ ਚਮਕੌਰ ਦੀ ਲੜਾਈ ਸਾਹਮਣੇ ਸ਼ਹੀਦ ਹੋ ਗਏ, ਕੋਈ ਅਫਸੋਸ ਨਹੀਂ ਹੈ, ਕਿਉਂਕਿ ਉਹਨੂੰ ਪਤਾ ਸੀ ਤੇ ਪਰਮਾਤਮਾ ਨੇ। ਸਗੋਂ ਨੇ ਕਿਹਾ ਸੀ, ਹੇ ਪਰਮਾਤਮਾ ਤੇਰਾ ਬੜਾ ਸ਼ੁਕਰ ਹੈ, ਤੇਰੀ ਜਿਹੜੀ ਹੈ ਨਿਆਮਤ ਉਹ ਤੇਰੇ ਤੱਕ ਸਹੀ ਸਲਾਮਤ ਪਹੁੰਚ ਗਈ। ਤੇਰੀ ਅਮਾਨਤ, ਉਹ ਅਮਾਨਤ ਕਹਿੰਦੇ ਸੀ। ਅਮਾਨਤ ਉਹ ਹੁੰਦੀ ਜਿਹੜੀ ਮੰਨ ਲਓ ਮੈਂ ਚੱਲਿਆ ਹਜ਼ੂਰ ਸਾਹਿਬ ਨੂੰ ਅਤੇ ਮੈਨੂੰ ਇਹ ਵੀ ਮਗਰੋਂ ਮੇਰੇ ਘਰ ਚੋਰ ਨਾ ਆ ਜਾਣ, ਮੇਰੇ ਕੋਲ ਗਹਿਣੇ ਨੇ, ਲੋਕਰ ਹੈ ਨਹੀਂ ਮੇਰੇ ਕੋਲ, ਮੈਂ ਆਪਣੇ ਗਹਿਣੇ ਤੁਹਾਨੂੰ ਦੇਤੇ ਵੀ ਮੈਂ ਆ ਕੇ ਲੈ ਲਾਂਗਾ, ਇਹ ਮੇਰੀ ਅਮਾਨਤ ਹੈ ਤੁਹਾਡੇ ਕੋਲ, ਜੋ ਮੈਂ ਵਾਪਸ ਲੈ ਲਾਂਗਾ। ਤਾਂ ਦਸਮ ਪਾਤਸ਼ਾਹ ਹੈ ਪਰਮਾਤਮਾ ਇਹ ਤੇਰੇ ਸਨ, ਇਹ ਤਾਂ ਮੇਰੇ ਕੋਲ ਅਮਾਨਤ ਦੇ ਤੌਰ 'ਤੇ ਸਨ, ਤੂੰ ਵਾਪਸ ਲੈ ਲੈਣੇ। ਤੇਰੀ ਅਮਾਨਤ ਤੇਰੇ ਤੱਕ ਸਹੀ ਸਲਾਮਤ ਪਹੁੰਚ ਗਈ ਹੈ। ਕਹਿੰਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ। ਗਿਆਨ ਤਾਂ ਹੈ, ਗਿਆਨ ਹੋਣਾ ਜ਼ਰੂਰੀ ਹੈ, ਪਰ ਅਸੀਂ ਇਸ ਅਵਸਥਾ 'ਤੇ ਨਹੀਂ ਹਾਂ ਕਿ ਸਹਿ ਸਕੀਏ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ, ਪਹੁੰਚਣਾ ਉੱਥੇ ਹੀ ਹੈ। ਇਹ ਜੰਮਣ ਮਰਨ ਤੋਂ ਛੁਟਕਾਰਾ ਤਾਂ ਉਦੋਂ ਹੀ ਹੋਣਾ ਜਦੋਂ ਸਾਨੂੰ ਬ੍ਰਹਮ ਗਿਆਨ ਹੋ ਜਾਂਦਾ, ਉਦੋਂ ਪਹਿਲਾਂ ਨਹੀਂ ਹੁੰਦਾ। ਚਾਹੇ ਭਾਈ 10 ਵਾਰੀ ਅਰਦਾਸਾਂ ਪਿਆ ਕਰੇ, ਸੱਚੇ ਪਾਤਸ਼ਾਹ ਚਰਨਾਂ 'ਚ ਨਿਵਾਸ ਬਖਸ਼ੋ, ਆਵਾਗਮਨ ਦੇ ਚੱਕਰ ਤੋਂ ਬਚਾਏ, ਸਭ ਇਹ ਫਾਰਮੈਲਿਟੀਆਂ ਨੇ। ਜੇ ਭਾਈ ਦੇ ਕਹਿਣ 'ਤੇ ਉਹਨੂੰ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਮਿਲਦਾ, ਫਿਰ ਤਾਂ ਭਜਨ ਬੰਦਗੀ ਦੀ ਲੋੜ ਹੀ ਨਹੀਂ। ਫਿਰ ਤੁਹਾਨੂੰ 50 ਰੁਪਈਏ 100 ਰੁਪਈਆ ਦਿਓ, ਅਰਦਾਸ ਕਰਾ ਲਓ, ਆਪਣਾ ਲੁੱਚੇ ਲਫੰਗੇ ਰਹੋ, ਖਾਓ ਪੀਓ, ਲੁੱਟੋ ਖੋ, ਜੋ ਮਰਜ਼ੀ ਪਏ ਕਰੋ। ਅਤੇ ਘਰ ਦੇ ਜਿਹਨੇ ਆ ਲਓ 100 ਰੁਪਈਏ ਭਾਈ ਨੂੰ ਦੇ ਕੇ ਮੇਰੇ ਅਰਦਾਸ ਕਰਦੇ, ਗੁਰੂ ਦੇ ਚਰਨਾਂ 'ਚ ਨਿਵਾਸ ਹੋਵੇ। ਕਈ ਤਾਂ ਵਿਚਾਰੇ ਪਹਿਲੇ ਹੀ ਲਿਖ ਦਿੰਦੇ ਕਾਰਡ 'ਤੇ, ਸਾਡੇ ਪੂਜਨੀਕ ਪਿਤਾ ਜੀ ਫਲਾਣੀ ਤਰੀਕ ਨੂੰ ਗੁਰੂ ਚਰਨਾਂ ਜਾ ਬਰਾਜੇ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ। ਉਹਨਾਂ ਪੁੱਛੇ ਪਰ ਉਹ ਮਾਨਸੋ ਜਿਹੜਾ ਗੁਰੂ ਦੇ ਚਰਨਾਂ 'ਚ ਪਹੁੰਚ ਗਿਆ, ਤੂੰ ਤਾਂ ਤਾੜੀਆਂ ਵਜਾਓ, ਗਿੱਧੇ ਪਾਓ, ਮਗਰੋਂ ਖੁਸ਼ੀ ਕਰੋ, ਕੀ ਕਰੋ ਯਾਰ ਸਾਡਾ ਬਾਪੂ ਚਰਨਾਂ 'ਚ ਪਹੁੰਚ ਗਿਆ। ਇਹ ਫਾਰਮੈਲਿਟੀਆਂ ਨੇ। ਹੁਣ ਮੈਨੂੰ ਕੋਈ ਕਹਿੰਦਾ ਬਾਬਾ ਜੀ ਅਰਦਾਸ ਕਰ, ਮੈਨੂੰ ਪਤਾ ਹੈ ਵੀ ਕੋਈ ਚਰਨਾਂ 'ਚ ਨਿਵਾਸ ਨਹੀਂ ਮਿਲਿਆ, ਪੁੱਠੇ ਕੰਮ ਸਾਰੀ ਉਮਰ ਕਰਦਾ ਰਹੇ, ਪਰ ਚਲੋ ਅਗਲਾ ਕਹਿੰਦਾ ਬਾਬਾ ਜੀ ਤੁਸੀਂ ਅਰਦਾਸ ਕਰ, ਮੈਂ ਤਾਂ ਇਹੀ ਕਹੂੰਗਾ ਨਾ, ਹੇ ਸੱਚੇ ਪਾਤਸ਼ਾਹ ਜਿਉਂਦੇ ਜੀ ਮਨੁੱਖ ਤੋਂ ਬੜੀਆਂ ਭੁੱਲਾਂ ਚੁੱਕਾ ਹੁੰਦੀਆਂ, ਆਪ ਜੀ ਬਖਸ਼ਿੰਦ ਹੋ, ਇਹਦੀਆਂ ਭੁੱਲਾਂ ਬਖਸ਼ ਦਿਓ, ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਆਵਾਗਮਨ ਦੇ ਚੱਕਰ ਤੋਂ ਬਚਾ ਕੇ ਰੱਖੋ, ਅੱਗੇ ਤੋਂ ਪਰਿਵਾਰ 'ਚ ਸੁੱਖ ਸ਼ਾਂਤੀ ਵਰਤਾਓ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਆਹੀ ਕਹਾਂਗਾ ਨਾ, ਨਾਲੇ ਕਹਿ ਰਿਹਾ ਨਾਲੇ ਕਹਾਂਗਾ ਹੋਰ ਨਾ ਚਰਨਾਂ 'ਚ ਨਿਵਾਸ, ਕਿਉਂਕਿ ਮੈਨੂੰ ਤਾਂ ਗਿਆਨ ਹੈ ਕਿ ਐਂ ਕੋਈ ਚਰਨਾਂ 'ਚ ਨਿਵਾਸ ਨਹੀਂ ਮਿਲਦਾ। ਹਾਂ, ਇਹ ਐਵੇਂ ਫਾਰਮੈਲਿਟੀਆਂ ਨੇ। ਅਤੇ ਚਲੋ ਮਰ ਗਿਆ ਹੈ, ਉਹ ਚੰਗਾ ਸੀ ਮੰਦਾ ਸੀ, ਹੁਣ ਮਰ ਗਿਆ ਅਤੇ ਉਹਦੇ ਕੀ ਫਰੋਲਣੇ ਹੁੰਦੇ ਨੇ, ਅਤੇ ਭਲਾ ਹੀ ਮੰਗਣਾ ਹੁੰਦਾ। ਉਹ ਗੱਲ ਵੱਖਰੀ ਹੈ ਵੀ ਮਗਰੋਂ ਭਲਾ ਮੰਗਣਾ ਹੁੰਦਾ, ਪਰ ਇਹ ਫਾਰਮੈਲਿਟੀਆਂ ਹੁੰਦੀਆਂ ਨੇ। ਫਿਰ ਤਾਂ ਭਜਨ ਬੰਦਗੀ ਦੀ ਲੋੜ ਹੀ ਨਹੀਂ ਹੈਗੀ। ਭਜਨ ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਜਿੰਨਾ ਚਿਰ ਭਜਨ ਬੰਦਗੀ ਨਹੀਂ ਕਰਦੇ ਉਹਨਾਂ ਚਿਰ ਮਨ ਨਹੀਂ ਮਰਦਾ, ਜਿੰਨਾ ਚਿਰ ਮਨ ਨਹੀਂ ਮਰਦਾ ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਭਜਨ ਬੰਦਗੀ ਨਾਲ ਅੰਦਰ ਗੁਣ ਪੈਦਾ ਹੋਣੇ ਨੇ। ਠੀਕ ਹੈ, ਕਈ ਤੁਹਾਡੇ 'ਚ ਗੁਣਵਾਨ ਬੰਦੇ ਬੈਠੇ ਨੇ, ਪਰ ਅਜੇ ਵੀ ਸਾਡਾ ਜੀਵਨ ਗੁਰਬਾਣੀ ਅਨੁਸਾਰ ਨਹੀਂ ਹੋਇਆ। ਮੈਨੂੰ ਆਪਣਾ ਤਾਂ ਪਤਾ, ਤੁਹਾਡਾ ਭਾਈ ਮੈਂ ਕਹਿ ਨਹੀਂ ਸਕਦਾ ਤੁਹਾਡਾ ਨਹੀਂ ਹੋਇਆ ਜੀ। ਮੈਨੂੰ ਤਾਂ ਆਪਣਾ ਪਤਾ, 1971 ਦਾ ਮੈਂ ਲੱਗਾ ਹੋਇਆ, ਅਜੇ ਤੱਕ ਜੀਵਨ ਹੀ ਨਹੀਂ ਗੁਰਬਾਣੀ ਅਨੁਸਾਰ ਹੋਇਆ। ਠੀਕ ਹੈ, ਬਾਣੀ ਆ ਗਈ, ਉਹਦੀ ਕਥਾ ਵਾਰਤਾ ਆ ਗਈ, ਅਰਥ ਆ ਗਏ, ਬਾਣੀ ਪੜ੍ਹਨੀ ਪੜ੍ਹਾਉਣੀ ਆ ਗਈ, ਉਹ ਗੱਲ ਵੱਖਰੀ ਹੈ। ਬਾਣੀ ਅਨੁਸਾਰ ਜਦੋਂ ਜੀਵਨ ਆਗ ਹੋ ਗਿਆ ਨਾ, ਫਿਰ ਦੁਬਾਰਾ ਜਨਮ ਲੈਣ ਦੀ ਲੋੜ ਨਹੀਂ। ਉਸ ਮਨੁੱਖ ਨੂੰ ਦੁਬਾਰਾ ਜਨਮ ਲੈਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਜਿਹਦਾ ਜੀਵਨ ਬਾਣੀ ਅਨੁਸਾਰ ਹੋ ਜਾਂਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਿਰਗੁਣ ਰਾਮ ਗੁਣੇ ਵਸ ਹੋਏ। ਜਿਹੜਾ ਪਰਮਾਤਮਾ, ਇਹ ਨਿਰਗੁਣ ਇਹ ਨਹੀਂ ਸਮਝਦੇ ਪਰਮਾਤਮਾ ਗੁਣੀ ਕੋਈ ਨਹੀਂ। 2 ਸਰੂਪ ਨੇ ਪਰਮਾਤਮਾ ਦੇ, ਇੱਕ ਨਿਰਗੁਣ ਇੱਕ ਸਰਗੁਣ। ਸਰਗੁਣ ਤਾਂ ਆਪਾਂ ਬੈਠੇ ਹਾਂ ਸਾਰੇ, ਨਿਰਗੁਣ ਹੈ ਜਿਹੜਾ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ।
ਪਰਮਾਤਮਾ ਅਤ੍ਰਿਸ਼ਟ ਹੈ ਸਭ ਥਾਂ 'ਤੇ। ਜਿਵੇਂ ਕੋਈ ਰੂਹ ਆ ਜਾਏ ਤਾਂ ਜਿਹਦੀ ਦਿਵ ਦ੍ਰਿਸ਼ਟੀ ਖੁੱਲੀ ਉਹਨੂੰ ਦੱਸੇਗੀ, ਬਾਕੀ ਨਹੀਂ ਦੱਸੇਗੀ। ਇਸ ਲਈ ਜਿਹੜੇ ਸੱਚਖੰਡ ਤੱਕ ਪਹੁੰਚ ਜਾਂਦੇ ਨੇ, ਜਿਹਨਾਂ ਦੀ ਸੁਰਤ, ਉਹਨਾਂ ਨੂੰ ਤਾਂ ਪਰਮਾਤਮਾ ਦਰਸ਼ਨ ਹੋ ਜਾਂਦੇ ਨੇ, ਬਾਕੀ ਤੇ ਸਾਡੇ ਵਰਗੇ ਨੇ ਸਾਰੇ। ਇਸ ਲਈ ਕਹਿੰਦੇ ਵੀ ਪਰਮਾਤਮਾ ਗੁਣਾਂ ਦੇ ਵੱਸ 'ਚ ਹੈ। ਤੁਸੀਂ ਆਪਣੇ ਗੁਣ ਪੈਦਾ ਕਰੋ। ਉਹ ਕਿਵੇਂ ਹੋਣਗੇ? ਆਪ ਨਿਵਾਰ, ਹੰਕਾਰ ਛੱਡੋ, ਵਿਚਾਰੇ ਸੋ ਉਸ ਪਰਮਾਤਮਾ ਦਾ ਸਿਮਰਨ ਕਰੋ। ਹਉਮੈ ਛੱਡੋ, ਮੈਂ ਸਿਮਰਨ ਕਰ ਰਿਹਾ, ਮੈਂ 4 ਵਜੇ ਉੱਠਦਾ ਹਾਂ, ਮੈਂ ਐਂ ਕਰਦਾ, ਇਹ ਛੱਡਣਾ ਪਏਗਾ। ਅੰਮ੍ਰਿਤ ਵੇਲੇ ਉੱਠਿਓ, ਬੜੀ ਚੰਗੀ ਗੱਲ ਹੈ। ਹੇ ਸੱਚੇ ਪਾਤਸ਼ਾਹ, ਉੱਠਦੇ ਸਾਰ ਬਹਿ ਜਾਓ। ਹੇ ਸੱਚੇ ਪਾਤਸ਼ਾਹ, ਤੇਰੀ ਕਿਰਪਾ ਹੋਈ ਹੈ, 4 ਪਹਿਰ ਰਾਤ ਸੁਖ ਦੇ ਬਤੀਤ ਹੋ ਗਏ ਨੇ। ਤੂੰ ਅੰਮ੍ਰਿਤ ਵੇਲੇ ਜਗਾਇਆ ਹੈ, ਇਸ਼ਨਾਨ ਕਰਾਇਆ ਹੈ। ਹੁਣ ਭਜਨਬੰਦੀ ਕਰਦੀ ਆ ਗਿਆ ਬਖਸ਼ੋ। ਨਿਤਨੇਮ ਕਰ ਲਿਆ, ਉਹਦਾ ਧੰਨਵਾਦ ਕਰੋ। ਸੱਚੇ ਪਾਤਸ਼ਾਹ, ਤੇਰੀ ਬੜੀ ਕਿਰਪਾ ਹੋਈ ਹੈ। ਜਿਹੜੀ ਸਭ ਤੋਂ ਜ਼ਰੂਰੀ ਬਾਣੀ ਨਿਤਨੇਮ ਹੈ, ਇੱਕ ਗੁਰਮੁਖ ਲਈ, ਇੱਕ ਅੰਮ੍ਰਿਤਧਾਰੀ ਲਈ। ਅੰਮ੍ਰਿਤਧਾਰੀ ਨੂੰ ਨਿਤਨੇਮ 'ਚ ਕੋਈ ਛੂਟ ਨਹੀਂ, ਮਹਾਂਪੁਰਖ ਕਹਿੰਦੇ ਸੀ। ਸੰਤ ਸੀਤਲ ਸਿੰਘ ਕਹਿੰਦੇ ਹੁੰਦੇ ਸੀ ਮੈਨੂੰ, ਭਿੰਡਰ ਸਾਹਿਬ, ਹੋਰ ਸਮਾਂ ਲੱਗੇ ਨਾ ਲੱਗੇ, ਨਿਤਨੇਮ ਦੀ ਕੋਈ ਛੂਟ ਨਹੀਂ ਅੰਮ੍ਰਿਤਧਾਰੀ ਨੂੰ, ਇਹ ਕਰਨਾ ਹੀ ਕਰਨਾ ਹੈ। ਮੈਂ ਜੇ ਬੰਦਾ ਢਿੱਲਾ ਮੱਠਾ ਹੋਵੇ, ਜੇ ਕਹਿੰਦਾ ਉਹਨੂੰ ਮੂੰਹ ਜ਼ਬਾਨੀ ਯਾਦ ਹੈ ਤਾਂ ਫਿਰ ਲੇਟਿਆ ਲੇਟਿਆ ਕਰ ਲੈ। ਜੇ ਉਹਦੇ ਵੀ ਯੋਗ ਨਹੀਂ ਰਿਹਾ ਤਾਂ ਫਿਰ ਕਿਸੇ ਤੋਂ ਸੁਣ ਲੈ। ਜੇ ਕੋਈ ਸੁਣਾਉਣ ਵਾਲਾ ਨਹੀਂ, ਤੇ ਅੱਜ ਕੱਲ੍ਹ ਦੇ ਬੜੀਆਂ ਕੈਸਟਾਂ, ਹੋਰ ਬੜਾ ਕੁਛ ਆ ਗਿਆ ਹੈ, ਉਸ ਤਰ੍ਹਾਂ ਲਾ ਕੇ ਸੁਣ ਲੈ। ਮੋਬਾਈਲ 'ਚ ਕਈਆਂ ਰਿਕਾਰਡ ਕੀਤਾ ਹੁੰਦਾ, ਉੱਥੋਂ ਸੁਣ ਲੈ। ਹਾਂ, ਬੇਵਸੀ ਹੈ, ਉਹ ਪਰਮਾਤਮਾ ਜਾਣਦਾ ਹੈ ਕਿ ਇਹ ਬੇਵਸ ਹੈ, ਇਹ ਨਹੀਂ ਕਰ ਸਕਦਾ, ਜਾਂ ਇਹ ਹੁਣ ਨਹੀਂ ਸੁਣਦਾ, ਇਹ ਬੇਹੋਸ਼ ਹੋ ਗਿਆ ਹੈ, ਇਹ ਸੁਣਨ ਦੇ ਵੀ ਸਮਰੱਥ ਨਹੀਂ। ਉਹ ਕਹਿੰਦੇ ਗੱਲ ਵੱਖਰੀ ਹੈ। ਕੋਈ ਬਹਾਨੇਬਾਜ਼ੀ ਨਹੀਂ ਚੱਲੇਗੀ ਨਿਤਨੇਮ 'ਚ। ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੋਂ ਪਹਿਲਾਂ ਨਿਤਨੇਮ ਹੋਣਾ ਜ਼ਰੂਰੀ ਹੈ। ਕਿ ਔਖੇ ਕਰੋ, ਸੌਖੇ ਕਰੋ। ਜਿਵੇਂ ਰਾਧਾ ਸਵਾਮੀ, ਤੁਸੀਂ ਰਾਧਾ ਸਾਹਿਬ ਗੁਰਮੰਤਰ ਲੈ ਲਓ, ਉਹ ਕਹਿੰਦੇ 2.5 ਘੰਟੇ ਸਿਮਰਨ ਕਰਨੇ ਹੀ ਕਰਨੇ। ਜੇ ਮੇਰਾ ਲੱਕ ਦੁਖਦਾ, ਕਦੇ ਇਸ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ। 2.5 ਘੰਟੇ ਸਿਮਰਨ ਕਰੋਗੇ, ਫਿਰ ਮੈਂ ਤੁਹਾਡੇ ਨਾਲ ਹਾਂ। ਜੇ ਤੁਸੀਂ 2.5 ਘੰਟੇ ਸਿਮਰਨ ਨਹੀਂ ਕਰੋਗੇ ਤਾਂ ਉਹਨਾਂ ਦੇ ਗੁਰੂ ਕਹਿੰਦੇ ਮੈਂ ਤੁਹਾਡੇ ਨਾਲ ਨਹੀਂ ਹਾਂ। ਬਸ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਰਹਾਂ ਤਾਂ ਤੁਹਾਨੂੰ 2.5 ਘੰਟੇ ਸਿਮਰਨ ਕਰਨਾ ਪੈਣਾ। ਜਿਵੇਂ ਮਰਜ਼ੀ ਹੈ ਕਰੋ, ਬੈਠ ਕੇ ਕਰੋ, ਲੇਟ ਕੇ ਕਰੋ, ਢੋਹ ਲਾ ਕੇ ਕਰੋ, ਜਿਵੇਂ ਮਰਜ਼ੀ ਕਰੋ। 2.5 ਘੰਟੇ ਸਿਮਰਨ ਕਰਨਾ ਹੀ ਕਰਨਾ, ਤਾਂ ਮੈਂ ਤੁਹਾਡੀ ਸਹਾਇਤਾ ਕਰਾਂਗਾ। ਹਾਂ, ਨਹੀਂ ਤਾਂ ਮੈਂ ਨਹੀਂ ਕਰਦਾ। ਅਗਲੇ ਆਪਣੀ ਲੋੜ ਤੋਂ ਕਰਦੇ ਨੇ। ਇਸ ਲਈ ਨਿਤਨੇਮ ਕਰਨਾ ਇੱਕ ਅੰਮ੍ਰਿਤਧਾਰੀ ਲਈ ਜ਼ਰੂਰੀ ਹੈ, ਇਹ ਕਰਨਾ ਹੀ ਕਰਨਾ। ਹਾਂ, ਬੇਵਸੀ ਹੈ, ਉਹ ਗੱਲ ਵੱਖਰੀ ਹੈ। ਉਹ ਤਾਂ ਫਿਰ ਪਰਮਾਤਮਾ ਨੂੰ ਪਤਾ ਨਾ, ਇਹ ਹੁਣ ਬੇਵਸ ਹੈ, ਇਹ ਨਹੀਂ ਕਰ ਸਕਦਾ, ਇਹ ਸੁਣ ਵੀ ਨਹੀਂ ਸਕਦਾ, ਇਹ ਕਰ ਵੀ ਨਹੀਂ ਸਕਦਾ, ਇਹਨੂੰ ਕੋਈ ਸੁਣਾਉਣ ਵਾਲਾ ਵੀ ਨਹੀਂ ਹੈ। ਉਹ ਗੱਲ ਵੱਖਰੀ ਹੁੰਦੀ, ਪਰ ਬਹਾਨੇਬਾਜ਼ੀ ਨਹੀਂ ਚੱਲਦੀ ਉਸ ਦੇ ਵਿੱਚ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਪ ਨਿਵਾਰ ਵਿਚਾਰੇ ਸੋਏ। ਆਪਣੇ ਅੰਦਰੋਂ ਹਉਮੈ ਨੂੰ ਛੱਡ ਕੇ, ਨਿਵਾਰ ਰਾਰੇ ਨੂੰ ਸਿਆਰੀ ਹੈ, ਨਿਵਾਰ ਕੇ ਦੂਰ ਕਰਕੇ, ਆਪ ਹਉਮੈ ਨੂੰ ਦੂਰ ਕਰਕੇ ਵਿਚਾਰੇ ਸੋਏ, ਪਰਮਾਤਮਾ ਦਾ ਸਿਮਰਨ ਕਰੇ। ਇਸ ਤਰ੍ਹਾਂ ਕਰਦਿਆਂ ਅੰਦਰ ਗੁਣ ਪੈਦਾ ਹੋ ਜਾਣਗੇ। ਜਦੋਂ ਗੁਣ ਪੈਦਾ ਹੋਣਗੇ, ਪਰਮਾਤਮਾ ਵਸ 'ਚ ਹੋ ਜਾਏਗਾ। ਨਿਰਗੁਣ ਰਾਮ ਗੁਣੇ ਵਸ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ। ਨਿਰਗੁਣ ਰਾਮ ਗੁਣੇ ਵਸ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ। ਆਪ ਨਿਵਾਰ ਵਿਚਾਰੇ ਸੋਏ, ਆਪ ਨਿਵਾਰ ਵਿਚਾਰੇ ਸੋਏ। ਆਪ ਨਿਵਾਰ ਵਿਚਾਰੇ ਸੋਏ, ਆਪ ਨਿਵਾਰ ਵਿਚਾਰੇ
ਜਦੋਂ ਆਪਾਂ ਗਾਉਣ ਲੱਗੇ ਹਾਂ, ਸੰਗਤ ਦਾ ਬੜਾ ਵਧੀਆ ਰਿਸਪੌਂਸ ਆ ਰਿਹਾ ਬਾਹਰਲੇ ਮੁਲਕਾਂ ਤੋਂ ਵੀ। ਕਹਿੰਦੇ ਹੁਣ ਬਾਬਾ ਜੀ ਤੁਹਾਡੀ ਸੰਗਤ ਮਗਰ ਬੋਲ ਰਹੀ, ਸਾਨੂੰ ਸੁਣ ਰਿਹਾ ਹੁੰਦਾ। ਸੰਗਤ ਦੀ ਪੂਰੇ ਜ਼ੋਰ ਸ਼ੋਰ ਨਾਲ ਬੋਲਦੀ ਹੁੰਦੀ ਹੈ। ਹਾਂਜੀ, ਅਤੇ ਕਹਿੰਦਾ ਬੜਾ ਚੰਗਾ ਲੱਗਦਾ ਜੀ। ਹਾਂ, ਕਹਿੰਦੇ ਸਾਰੀ ਸੁਸਤੀ ਜੀ ਲੈ ਜਾਂਦੀ ਹੈ। 5-7 ਮਿੰਟਾਂ ਬਾਅਦ 2 ਲਾਈਨਾਂ ਬੋਲਤੀਆਂ, ਸਾਰੀ ਸੁਸਤੀ ਲੈ ਜਾਂਦੀ ਹੈ, ਐਕਟਿਵ ਹੋ ਜਾਂਦਾ ਬੰਦਾ। ਹਾਂਜੀ, ਅੱਗੇ ਕਹਿੰਦੇ ਮਨ ਭੁੱਲੋ ਬਹੁ ਚਿਤੈ ਵਿਕਾਰ। ਮਨ ਭੁੱਲਿਆ ਹੋਇਆ ਕਿਸ ਨੂੰ? ਰੱਬ ਨੂੰ। ਮਨ ਰੱਬ ਨੂੰ ਭੁੱਲਿਆ ਹੋਇਆ, ਬਹੁਤ ਚਿਤੈ ਵਿਕਾਰ, ਕਈ ਪ੍ਰਕਾਰ ਦੀਆਂ ਬੁਰਾਈਆਂ ਕਰ ਬੜੇ ਸੋਚਦਾ ਰਹਿੰਦਾ। ਵਿਕਾਰ ਬੁਰਾਈ ਨੂੰ ਕਹਿੰਦੇ, ਬੁਰਾਈਆਂ ਕਰਨ ਲਈ ਸੋਚਦਾ ਰਹਿੰਦਾ, ਕਿਉਂਕਿ ਰੱਬ ਨੂੰ ਤਾਂ ਭੁਲਾਤਾ ਹੈ। ਹੁਣ ਵਿਹਲਾ ਹੈ। ਹੁਣ ਜਿਹੜਾ ਬੰਦਾ ਸਿਮਰਨ ਕਰਦਾ ਹੈ ਉਹ ਤਾਂ ਆਪਣੇ ਮਨ ਨੂੰ ਧਿਆਨ ਲਾਈ ਰੱਖਦਾ ਹੈ। ਲੇਟਿਆ ਤਾਂ ਵੀ ਸਿਮਰਨ ਕਰ ਰਿਹਾ, ਤੁਰਿਆ ਤਾਂ ਵੀ ਸਿਮਰਨ ਕਰ ਰਿਹਾ ਹੈ, ਬੈਠਿਆ ਤਾਂ ਵੀ ਸਿਮਰਨ ਕਰ ਰਿਹਾ ਹੈ। ਹਾਂ, ਜਾਂ ਆਪਣਾ ਭਾਈ ਸੰਸਾਰਿਕ ਕੰਮ ਧੰਦਾ ਕਰ ਰਿਹਾ ਹੈ, ਉਹਦੇ ਕੋਲ ਮਨ ਵਿਹਲਾ ਨਹੀਂ ਹੁੰਦਾ। ਆਹ ਮਨਮੁਖ ਨੇ, ਉਹਨਾਂ ਦਾ ਮਨ ਵਿਹਲਾ ਹੀ ਵਿਹਲਾ। ਅਤੇ ਸਿਆਣੇ ਕਹਿੰਦੇ ਨੇ ਵਿਹਲਾ ਮਨ ਸ਼ੈਤਾਨ ਦੀ ਟੂਟੀ ਹੈ, ਇਹਨੇ ਸ਼ੈਤਾਨੀਆਂ ਕਰਨੀਆਂ, ਇਹਨੂੰ ਕੋਈ ਮਾੜਾ ਸੋਚਣਾ, ਕਿਉਂਕਿ ਮਨ ਮਾੜਾ ਹੈ। ਇਹਨੂੰ ਜਨਮਾਂ ਜਨਮੰਤਰਾਂ ਦੀ ਪਾਪਾਂ ਦੀ ਮੈਲ ਲੱਗੀ ਹੋਈ ਹੈ, ਇਹਦਾ ਸੁਭਾਅ ਮਾੜਾ ਹੈ। ਅਤੇ ਮਾੜਾ ਚਾਹੇ ਬੰਦਾ ਹੋਵੇ, ਉਹਨੇ ਹਮੇਸ਼ਾ ਮਾੜਾ ਹੀ ਸੋਚਣਾ। ਇਸ ਲਈ ਜਿਹੜਾ ਮਨ ਹੈ ਇਹ ਰੱਬ ਨੂੰ ਭੁੱਲਿਆ ਹੋਇਆ ਹੈ, ਅਤੇ ਬਹੁਤ ਸਾਰੇ ਵਿਕਾਰ ਜਿਹੜੇ ਨੇ ਉਹਦੇ ਬਾਰੇ ਸੋਚਦਾ ਰਹਿੰਦਾ ਹੈ। ਮਨ ਭੁੱਲੋ ਸਿਰ ਆਵੈ ਭਾਰ। ਹੁਣ ਮਨ ਪਰਮਾਤਮਾ ਨੂੰ ਭੁੱਲਿਆ ਹੋਇਆ, ਇਹਦੇ ਸਿਰ 'ਤੇ ਪਾਪਾਂ ਦਾ ਭਾਰ ਹੈ। ਕਿਉਂ? ਇਹ ਵਿਕਾਰ ਕਰਦਾ, ਇਹ ਬੁਰਾਈਆਂ 'ਚ ਜਾਂਦਾ ਹੈ, ਇਹ ਪਾਪ ਕਰਮ ਕਰਦਾ, ਫਿਰ ਸਿਰ 'ਤੇ ਭਾਰ ਚੱਕਦਾ। ਮਨ ਹਰ ਏਕੰਕਾਰ। ਜਦੋਂ ਮਨ ਮੰਨ ਗਿਆ ਪਰਮਾਤਮਾ ਨੂੰ, ਫਿਰ ਏਕੰਕਾਰ ਦਾ ਰੂਪ ਹੋ ਜਾਂਦਾ ਹੈ। ਜਦੋਂ ਮਨ ਪਰਮਾਤਮਾ ਨੂੰ ਮੰਨ ਗਿਆ, ਮਨ ਹਰ, ਜਦੋਂ ਹਰੀ ਨੂੰ ਮਨ ਮੰਨ ਗਿਆ ਕਿ ਹਾਂ ਉਹਦਾ ਨਾਮ ਜਪਣਾ ਚਾਹੀਦਾ ਹੈ, ਇਹ ਜ਼ਿੰਦਗੀ ਉਹਦਾ ਨਾਮ ਜਪਣ ਲਈ ਮਿਲੀ ਹੋਈ ਹੈ, ਫਿਰ ਕੀ ਹੁੰਦਾ ਹੈ? ਇੱਕ ਦਿਨ ਆਉਂਦਾ ਏਕੰਕਾਰ, ਪਰਮਾਤਮਾ ਦਾ ਰੂਪ ਹੋ ਜਾਂਦਾ। ਮਨ ਭੁੱਲੋ ਮਾਇਆ ਕਰ ਜਾਏ। ਮਨ ਪਰਮਾਤਮਾ ਨੂੰ ਭੁਲਾ ਕੇ ਫਿਰ ਮਾਇਆ ਕਰ ਜਾਏ ਦਾ ਮਤਲਬ ਮਾਇਆ ਬਾਰੇ ਸੋਚਦਾ ਰਹਿੰਦਾ, ਕਿਵੇਂ ਧਨ ਕਮਾਵਾਂ, ਮਾਇਆ ਬਾਰੇ ਸੋਚਦਾ। ਚੋਰੀ ਨਾ ਕਰਾਂ, ਠੱਗੀ ਨਾ ਕਰਾਂ, ਮਿਲਾਵਟ ਨਾ ਕਰਾਂ, ਧੋਖਾਧੜੀ ਨਾਲ ਕਰਾਂ, ਕਿਵੇਂ ਕਰਾਂ? ਵੱਧ ਤੋਂ ਵੱਧ ਮਾਇਆ ਇਕੱਠੀ ਕਰਾਂ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨਾ ਜਾਏ। ਇਹ ਅਰਬਾਂ ਖਰਬਾਂ ਰੁਪਈਏ ਪਾਪਾਂ ਤੋਂ ਬਿਨਾਂ ਇਕੱਠੇ ਨਹੀਂ ਹੁੰਦੇ। ਅਤੇ ਦੱਸ ਵੀ ਰਹੇ ਨੇ ਕਿ ਮੇਰੇ ਨਾਲ ਵੀ ਨਹੀਂ ਜਾਣੇ, ਇੱਥੇ ਹੀ ਰਹਿ ਰੂ ਜਾਣੇ, ਇੱਥੇ ਰਹਿ। ਪਰ ਜੇ ਇੱਕ ਵਾਰੀ ਮਨ ਲੋਭੀ ਹੋ ਜਾਏ ਨਾ, ਇਹ ਫਿਰ ਇਹਦਾ ਲੋਭ ਨਹੀਂ ਖਤਮ ਹੁੰਦਾ, ਫਿਰ ਹੋਰ ਮਾਇਆ 'ਚ ਲੱਗਾ ਰਹਿੰਦਾ। ਇਹਨੂੰ ਗਿਆਨ ਨੇ ਵੀ ਭਲਿਆ ਮਾਨਸ। ਜੇ ਤੂੰ ਹਰਾਮ ਦੀ ਕਮਾਈ ਕਰ ਲਿਆਵੇਂਗਾ, ਤੇਰਾ ਪਰਿਵਾਰ ਦੇ ਬੱਚੇ ਵਿਗੜ ਜਾਣਗੇ। ਬੱਚਾ ਤਾਂ ਇੱਕ ਵਿਗੜ ਜੇ ਕਰਦਾ ਅਤੇ ਸਾਰਾ ਘਰ ਅਪਸੈਟ ਹੋ ਜਾਂਦਾ ਹੈ। ਹਰਾਮ ਦੀ ਕਮਾਈ ਨੇ ਸਾਡੀ ਬੁੱਧੀ ਨੂੰ ਭ੍ਰਿਸ਼ਟ ਕਰਨਾ, ਸਾਡੀ ਮੱਤ ਨੂੰ ਮਾਰਨਾ ਹੈ। ਫਿਰ ਕੋਈ ਨਾ ਕੋਈ ਮਾੜਾ ਕੰਮ ਹੋ ਜਾਂਦਾ ਹੈ, ਅਤੇ ਫਿਰ ਵਕਤ ਨੂੰ ਪੜ੍ਹ ਜਾਂਦਾ ਸਾਰਾ ਟੱਬਰ। ਕਈ ਵਾਰੀ ਪਰਿਵਾਰ ਨੂੰ ਪਤਾ ਹੁੰਦਾ, ਘਰ ਵਾਲੇ ਨੂੰ ਪਤਾ ਮੇਰਾ ਘਰ ਵਾਲਾ ਰਿਸ਼ਵਤ ਲੈ ਰਿਹਾ ਹੈ, ਨਹੀਂ ਰੋਕਦੀ। ਜਦੋਂ ਫਿਰ ਵਿਜੀਲੈਂਸ ਵਾਲੇ ਨੂੰ ਫੜ ਲੈਂਦੇ ਨੇ, ਫਿਰ ਉਹਦਾ ਕਟਾਪਾ ਹੁੰਦਾ। ਪੁਲਿਸ ਵਾਲੇ ਜਿੰਨੀ ਕਮਾਈ ਸੀ ਉਹਦੀ ਕੋਈ ਲੈ ਲੈਂਦੇ ਨੇ, ਉਹਨਾਂ ਦੀ ਖਹਿੜਾ ਨਹੀਂ ਛੱਡਦੇ, ਰਿਮਾਂਡ ਲਈ ਜਾਂਦੇ ਜਾਣ ਕੇ। ਇਹਨੇ ਕਿੱਥੇ ਪੈਸੇ ਰੱਖੇ ਨੇ ਜੀ, ਉਹ ਵੀ ਪਤਾ ਕਰਨਾ ਜੀ। ਇਹਦੇ ਦੋਸਤ ਕਿਹੜੇ ਨੇ, ਉਹਦਾ ਪਤਾ ਕਰਨਾ। ਪਤਾ ਕੁਛ ਨਹੀਂ ਕਰਨਾ। ਪੁਲਿਸ ਵਾਲੇ 5 ਮਿੰਟਾਂ ਦੇ ਵਿੱਚ ਸਭ ਕੁਛ ਮਨਾ ਲੈਂਦੇ ਨੇ। ਇੰਨੇ ਦਿਨ ਦੇ ਰਿਮਾਂਡ ਦੀ ਕੋਲ 5 ਮਿੰਟ ਨਹੀਂ ਲੱਗਦੇ ਮੰਨਣ 'ਚ। ਉਹਨਾਂ ਨੂੰ ਹੁੰਦਾ ਅਜੇ ਪੈਸੇ ਰਹਿੰਦੇ ਨੇ ਜਿਹੜੇ ਇਹਨੇ ਕਮਾਏ ਸਨ, ਜੀ ਸਾਨੂੰ ਪੂਰੇ ਨਹੀਂ ਦਿੱਤੇ। ਜਦੋਂ ਸਾਰੇ ਲੈ ਲੂ ਨੇ, ਹਾਂ ਜੀ ਹੁਣ ਠੀਕ ਹੈ, ਹਾਂ ਚੱਲ ਵੀ ਸੱਜਣਾ, ਹੁਣ ਕੋਰਟ 'ਚ ਚੱਲ। ਹੁਣ ਫਿਰ
ਫਿਰ ਉਹੀ ਜਨਾਨੀ ਭੱਜੀ ਫਿਰਦੀ, ਫਿਰ ਰੋਂਦੀ ਹੈ, ਫਿਰ ਪਿੱਟਦੀ ਹੈ ਵੀ ਸਾਰਾ ਕੰਮ ਚੌਪੜ ਹੋ ਗਿਆ ਜੀ। ਹਾਂ, ਉਦੋਂ ਨਹੀਂ ਰੋਕਿਆ, ਉਦੋਂ ਨਹੀਂ ਰੋਕਿਆ। ਪਤਾ ਹੁੰਦਾ, ਇਹਦੇ ਵੀ ਪਤਾ ਨਹੀਂ ਹੈਗਾ, ਪਤਾ ਹੁੰਦਾ ਪਤੀ ਮਿਲਾਵਟ ਕਰ ਰਿਹਾ ਹੈ, ਪਤਾ ਨਹੀਂ ਰੋਕਿਆ ਜਾ ਰਿਹਾ। ਕੋਈ ਵਿਰਲੀ ਜਨਾਨੀ ਸਗੋਂ ਇਹਨਾਂ ਦਾ ਹੁਣ ਇਹ ਹਾਲ ਹੋ ਗਿਆ, ਜਿਹੜਾ ਰਿਸ਼ਵਤ ਨਹੀਂ ਲੈਂਦਾ ਉਹਨੂੰ ਕਹਿੰਦੇ ਲੈ ਵੱਡਾ ਆ ਗਿਆ। ਉਹ ਪਾਂਡਵਾਂ ਦਾ ਵੱਡਾ ਭਰਾ ਕਿਹੜਾ ਸੀ? ਹਾਂ, ਯੁਧਿਸ਼ਠਿਰ। ਵੱਡਾ ਯੁਧਿਸ਼ਠਿਰ ਆ ਗਿਆ ਹੈ। ਉਹ ਤੇਰੇ ਨਾਲ ਦਾ ਦੇਖ ਕੋਠੀ ਪਾ ਲਈ, ਕਿੱਡੀ ਵੱਡੀ ਕਾਰ ਲਈ ਹੈ, ਤੇਰੇ ਬੱਚੇ ਮੋਟਰਸਾਈਕਲ ਨੂੰ ਤਰਸੀ ਜਾਂਦੇ ਨੇ, ਉਹ ਕਹੀ ਜਾਂਦੀ ਹੈ। ਅਤੇ ਕਈ ਵਾਰੀ ਬੰਦਾ ਫਿਰ ਅੱਖ ਚੱਬ ਲੈਂਦਾ, ਇਹਨੂੰ ਕਹਿੰਦੇ ਅੱਖ ਚੱਬਣਾ। ਅੱਖ ਕੌੜਾ ਹੁੰਦਾ। ਜਿਹੜਾ ਗੁਰੂ ਨਾਨਕ ਜੀ ਅੱਕ ਖਾਇਆ ਕਦੇ ਨਾ, ਅੱਕ ਆਹਾਰ ਰੇਤ ਦਾ, ਵੀ ਰੇਤ ਖਾਂਦੇ ਸਨ ਜੀ, ਨਹੀਂ, ਉਹ ਅੱਕ ਦਾ ਨਾਂ ਸੀ ਰੇਤ ਅੱਕ। ਉਹ ਕੌੜਾ ਨਹੀਂ ਹੁੰਦਾ, ਉਹ ਮਿੱਠਾ ਹੁੰਦਾ। ਇਹ ਨਹੀਂ ਗੁਰੂ ਨਾਨਕ ਰੇਤਾ ਖਾਂਦੇ ਮਿੱਟੀ ਖਾਈ ਜਾਂਦੇ ਸਨ, ਆਉਂਦਾ ਕਿ ਨਹੀਂ? ਗੁਰੂ ਮਹਾਰਾਜ ਨੇ ਰੇਤਾ ਖਾਈ ਜਾਂਦੇ ਸੀ। ਲੈ ਉਹ ਤਾਂ ਕੌੜੇ ਤੇ ਕੌੜੇ ਅੱਕ ਨੂੰ ਮਿੱਠਾ ਕਰ ਦਿੰਦੇ ਸੀ। ਜਿਹੜਾ ਰੇਠੇ ਕਿੰਨੇ ਕੌੜੇ ਹੁੰਦੇ ਨੇ, ਜਦੋਂ ਉਹਨਾਂ ਨੂੰ ਮਿੱਠਾ ਕਰ ਸਕਦਾ ਉਹਨੂੰ ਕੌੜੇ ਖਾਣ ਦੀ ਕੀ ਲੋੜ ਹੈਗੀ? ਦੱਸਣਾ ਹੁੰਦਾ ਵੀ ਬਿਲਕੁਲ ਸਿੰਪਲ ਜੀਵਨ ਬਤੀਤ ਰਹੇ ਸਨ। ਹਾਂਜੀ, ਜਦ ਬਾਬਾ ਫਰੀਦ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਕਾਠ ਦੀ। ਤੁਹਾਡਾ ਕਿਵੇਂ ਬਾਬਾ ਫਰੀਦ ਲੱਕੜੀ ਦੀ ਰੋਟੀ ਖਾਂਦੇ ਸੀ? ਕੀ ਕਦੇ ਕੋਈ ਲੱਕੜੀ ਦੀ ਰੋਟੀ ਖਾ ਸਕਦਾ ਹੈ? ਨਹੀਂ। ਭਾਵ ਸਿੰਪਲ, ਵੀ ਮੇਰੀ ਤਾਂ ਸਿੰਪਲ ਜੀ ਰੋਟੀ ਹੈ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਉਹ ਕਹਿੰਦੇ ਨੇ ਵੀ ਹਰਾਮ ਦੀ ਕਮਾਈ ਨਾਲ ਪਰੌਂਠੇ ਖਾਣੇ ਠੀਕ ਨਹੀਂ, ਰੁੱਖੀ ਸੁੱਖੀ ਜਿਹੋ ਜਿਹੀ ਮਿਲਦੀ ਖਾ ਲਓ, ਬੁੱਧੀ ਭ੍ਰਿਸ਼ਟ ਨਹੀਂ ਹੋਵੇਗੀ, ਦੱਸਣ ਉਹਦੀ ਕਿਰਤ ਕਰਨੀ। ਪਰ ਇਹ ਮਨ ਭੁੱਲਿਆ ਹੋਇਆ ਹੈ, ਇਹ ਕਈ ਪ੍ਰਕਾਰ ਦੇ ਵਿਕਾਰ ਚਿਤਵਦਾ ਹੈ। ਇਹ ਮਾਇਆ ਦੇ ਵਾਲੇ ਪਾਸੇ, ਮਾਇਆ ਦੇ ਘਰ 'ਚ ਗਿਆ ਹੋਇਆ। ਭਾਵ ਇਹ ਹਮੇਸ਼ਾ ਮਾਇਆ ਬਾਰੇ ਸੋਚਦਾ ਰਹਿੰਦਾ ਵੀ ਕਿਵੇਂ ਹੋ ਰਾਵੇ। ਇੱਕ ਤਾਂ ਇਹ ਕਾਮ ਵਿਰੁੱਧੋ ਰਹਿ ਨ ਠਾਏ, ਕਾਮ ਦੇ ਵਿੱਚ ਲੱਗਾ ਹੋਇਆ, ਰੁੱਝਿਆ ਹੋਇਆ। ਵਿਰੁੱਧ ਹੁੰਦਾ ਰੁੱਝਿਆ ਹੋਇਆ, ਕਾਮ ਦੇ ਵਿੱਚ ਰੁੱਝਿਆ ਹੋਇਆ ਹੈ। ਇਸੇ ਇੱਕ ਥਾਂ 'ਤੇ ਟਿਕਦਾ ਨਹੀਂ ਹੈ, ਇੱਕ ਥਾਂ 'ਤੇ ਟਿਕਦਾ ਨਹੀਂ। ਕਦੇ ਕਿਸੇ ਜਨਾਨੀ ਦਾ ਖਿਆਲ ਆ ਗਿਆ, ਕਦੇ ਕਿਸੇ ਦਾ ਖਿਆਲ ਆ ਗਿਆ। ਫਿਰ ਜਦੋਂ ਜਾਣਾ ਹੀ ਇਸ ਪਾਸੇ ਨੂੰ ਤਾਂ ਫਿਰ ਖਿਆਲ ਵੀ ਆਵੇਗਾ ਹੀ ਆਵੇਗਾ, ਮਨ ਟਿਕਦਾ ਨਹੀਂ। ਹੁਣ ਕੀਤਾ ਕੀ ਜਾਵੇ? ਕੀਤਾ ਕਹਿੰਦੇ ਹਰ ਭਜ ਪ੍ਰਾਣੀ ਰਸਨ ਰਸਾਏ। ਰਸਨ ਮੈਨੇ ਰਸਨਾ ਜੀਵ ਨਾ, ਰਸਾਏ ਮੈਨੇ ਰਸ ਲੈ ਲੈ ਕੇ ਸਵਾਦ ਨਾਲ, ਬੜੇ ਪਿਆਰ ਨਾਲ ਤੂੰ ਪਰਮਾਤਮਾ ਦਾ ਨਾਮ ਜਪ। ਜਿਉਂ ਜਿਉਂ ਤੂੰ ਨਾਮ ਜਪੀ ਜਾਏਗਾ, ਇਹ ਮਨ ਜਿਹੜਾ ਹੈ ਮਾਇਆ ਦੇ ਵਿੱਚੋਂ ਨਿਕਲ ਕੇ ਇਹ ਨਾਮ ਵਾਲੇ ਪਾਸੇ ਆ ਜਾਏਗਾ। ਕਾਮ ਕ੍ਰੋਧ ਦੇ ਵਿੱਚੋਂ ਨਿਕਲ ਕੇ ਇਹ ਨਾਮ ਵਾਲੇ ਪਾਸੇ ਆ ਜਾਏਗਾ। ਕਰਨਾ ਕੀ? ਬੜੇ ਪਿਆਰ ਦੇ ਨਾਲ ਰਸਨ ਰਸਾਏ, ਰਸਨਾ ਦੇ ਨਾਲ ਰਸ ਲੈ ਲੈ ਕੇ ਪਰਮਾਤਮਾ ਦਾ ਨਾਮ ਜਪਣਾ। ਕਈ ਬਾਣੀ ਬੜੇ ਹੀ ਰਸ ਨਾਲ ਪੜ੍ਹਦੇ ਨੇ, ਜੀ ਕਹਿੰਦੇ ਬੈਠੇ ਸੁਣਦੇ ਹੀ ਰਹੋ, ਜੀ ਕਹਿੰਦੇ ਬੈਠੇ ਸੁਣਦੇ ਰਹੋ। ਸਾਡੇ 3-4 ਪਾਠੀ ਐਸੇ ਨੇ, ਜਦੋਂ ਉਹਨਾਂ ਦੀ ਵਾਰੀ ਸਫੇ ਦੀ ਆਉਂਦੀ ਹੈ, ਕਿੰਨਾ ਵਧੀਆ ਲੱਗਦਾ ਹੈ। ਸੇਵਕ ਹੈ, ਬੜੀ ਸੋਹਣੀ ਆਵਾਜ਼ ਹੈ। ਅਤਿੰਦਰਪਾਲ ਇੱਕ ਹੋਰ ਮੁੰਡਾ, ਉਹਦੀ ਬੜੀ ਸੋਹਣੀ ਆਵਾਜ਼ ਹੈ। ਇੱਕ ਬਜ਼ੁਰਗ ਆਉਂਦੇ ਨੇ, ਕਈ ਵਾਰੀ ਕਾਲੀ ਪੱਗ ਬੰਨੀ ਨੇ, ਬੜੀ ਪਿਆਰੀ ਆਵਾਜ਼। ਹਾਂਜੀ, ਕਈ ਬੱਚਿਆਂ ਦੀ ਬੜੀ ਪਿਆਰੀ ਆਵਾਜ਼ ਹੁੰਦੀ ਹੈ, ਬੜੇ ਪਿਆਰ ਨਾਲ ਪਾਠ ਕਰਦੇ ਨੇ। ਕਿਉਂਕਿ ਕਈ ਵਾਰੀ ਪਾਠੀ ਜਿਹੜਾ ਹੈ, ਤੁਸੀਂ ਉੱਠਣ ਲੱਗੇ ਹੋ, ਉਹ ਬਿਠਾ ਲੈਂਦਾ ਤੁਹਾਨੂੰ, ਉਹਦੀ ਆਵਾਜ਼, ਉਹਦਾ ਪਾਠ ਇੰਨਾ ਵਧੀਆ, ਅਗਲਾ ਕਹਿੰਦਾ ਸੋਹਣੀ ਚੱਲੀਏ। ਜਲੰਧਰ ਦੇ ਜਿਹੜੇ ਸਨ ਆਪਣਾ, ਹਾਂ ਡਾਇਰੈਕਟਰ ਦੇ ਦੂਰਦਰਸ਼ਨ ਦੇ, ਜਲੰਧਰ ਦੂਰਦਰਸ਼ਨ ਦੇ ਡਾਇਰੈਕਟਰ ਸਨ, ਰਿਟਾਇਰ ਹੋ ਗਏ ਨੇ। ਉਹਨਾਂ ਕਿਤੇ ਮੇਰੀ ਕਥਾ ਸੁਣੀ, ਕਥਾ ਸੁਣ ਕੇ ਉਹਨਾਂ ਜੀ ਕੀਤਾ ਬਾਬਾ ਜੀ ਨੂੰ ਮਿਲ ਕੇ ਆਈਏ। ਉਹ ਇੱਥੇ ਮਿਲਣ ਆ ਗਏ, ਅਤੇ ਉਹ ਮਿਲਣ ਆ ਗਏ। ਜਾਂਦੇ ਹੋਏ ਪੈਸੇ ਵੀ ਦੇ ਕੇ, ਮੈਂ ਨਹੀਂ ਜੀ, ਵੀ ਮੈਨੂੰ ਤਾਂ ਦਾਤੇ ਨੇ ਪਹਿਲੇ ਹੀ ਬਹੁਤ ਦਿੱਤਾ ਹੋਇਆ ਹੈ। ਅਤੇ ਮੈਂ ਹੱਸਦਾ ਹੁੰਦਾ, ਮੈਂ ਰੱਬ ਵੀ ਮੀਂਹ ਉੱਥੇ ਪਾਉਂਦੇ ਜਿੱਥੇ ਪਹਿਲੇ ਹੀ ਪਾਣੀ ਹੈ।
ਨਹੀਂ ਕਹਿੰਦੇ ਬਸ ਸਾਡਾ ਮਨ ਹੈ। ਆ ਲਓ ਚਲੋ। ਉਹਨੇ ਬੈਠ ਕੇ ਪਾਠ ਸੁਣਿਆ, ਬੜਾ ਚੰਗਾ ਲੱਗਾ। ਮੀਆਂ ਬੀਬੀ ਕਾਫੀ ਦੇਰ ਬੈਠ ਕੇ ਪਾਠ ਸੁਣਦੇ ਰਹੇ। ਕੁਦਰਤੀ ਪਾਠੀ ਉਹਦੇ ਟੌਪ ਦੇ ਲੱਗੇ ਹੋਏ ਸਨ। ਕਹਿ ਸਾਡਾ ਪਾਠ ਬੁੱਕ ਕਰ ਲਓ ਜੀ। ਮੈਂ ਜੀ ਜਲੰਧਰ ਤੋਂ ਆਓਗੇ ਤੁਸੀਂ? ਇੱਥੇ ਸਵੇਰੇ 7:15 ਵਜੇ ਭੋਗ ਪੈਣ ਲੱਗ ਜਾਂਦਾ। ਕਹਿੰਦੇ ਕੋਈ ਨਹੀਂ, ਅਸੀਂ ਇੱਕ ਦਿਨ ਪਹਿਲਾਂ ਆ ਜਾਵਾਂਗੇ ਜੀ। ਭੋਗ ਵਾਲੇ ਦਿਨ ਆਵਾਂਗੇ, ਵਿਚਾਲੜੇ ਦਿਨ ਆ ਕੇ ਨਾਲੇ ਪਾਠ ਸੁਣਾਂਗੇ, ਨਾਲੇ ਆਪਣੀ ਹਾਜ਼ਰੀ ਸਾਡੀ ਪ੍ਰਵਾਨ ਕਰ ਲੈਣੀ। ਕਾਰ 'ਤੇ ਆਏ। ਹਾਰ ਕੇ ਜਲੰਧਰ ਤੋਂ ਆਉਣ ਜਾਣ 'ਤੇ ਕਿੰਨਾ ਖਰਚਾ ਲੱਗਦਾ, ਕਿੰਨਾ ਤੇਲ ਫੂਕਦਾ। ਅੱਜ ਕੱਲ੍ਹ ਤੇਲ ਵੀ ਕਿੰਨਾ ਮਹਿੰਗਾ। ਕਿਤੇ ਜਾਓ ਪਹਿਲਾਂ ਬੰਦਾ ਤੇਲ ਬਾਰੇ ਸੋਚਦਾ। ਇੱਕ ਜੋ ਕਿਸੇ ਚੁਟਕਲਾ ਜਿਹਾ ਕਿਸੇ ਨੇ ਪਾਤਾ ਮੋਬਾਈਲ 'ਤੇ, ਉਹ ਜਿਹੜਾ ਹੈ ਜਿੱਥੇ ਤੇਲ ਹੁੰਦਾ ਨਾ, ਉਹਨੂੰ ਜੱਫੀ ਪਾਈ ਹੋਈ ਹੈ, ਪੈਟਰੋਲ ਪੰਪ ਨੂੰ ਜੱਫੀ ਪਾਈ ਹੈ। ਅਤੇ ਉਹਨੂੰ ਕਹਿੰਦਾ ਵੀ ਇੰਨੇ ਚਮਚੇ ਤੇਲ ਪਾ ਦੇ। ਉਹ ਪੈਟਰੋਲ ਚਮਚੇ ਨਾਲ ਪਾ ਰਹੇ ਉਹਦੇ ਸਕੂਟਰ 'ਚ, ਵੀ ਇੰਨਾ ਮਹਿੰਗਾ ਹੋ ਗਿਆ ਵੀ ਹੁਣ ਚਮਚਾ ਨਾਲ ਵਿਕਿਆ ਕਰੇਗਾ, ਹੁਣ ਲੀਟਰਾਂ ਨਾਲ ਨਹੀਂ ਰਹਿਣਾ। ਸੋ ਇਸ ਲਈ ਇਹ ਜਿਹੜਾ ਮਨ ਹੈ, ਇਹ ਜਦੋਂ ਜਿਉਂ ਅਸੀਂ ਨਾਮ ਜਪੀ ਜਾਵਾਂਗੇ, ਆਪੇ ਸਾਰੇ ਪਾਸੇ ਛੱਡ ਕੇ ਹੌਲੀ ਹੌਲੀ ਫਿਰ ਆਪਣੇ ਥਾਂ 'ਤੇ ਆ ਜਾਏਗਾ। ਇਸ ਲਈ ਕਹਿੰਦੇ ਹੈ ਭਾਈ ਤੂੰ ਰਸਨਾ ਨਾਲ ਬੜੇ ਪਿਆਰ ਨਾਲ ਨਾਮ ਜਪੀ ਜਾ। ਉਹ ਫਿਰ ਆਏ ਇੱਕ ਦਿਨ ਪਹਿਲਾਂ ਭੋਗ ਤੋਂ, 2 ਘੰਟੇ ਬੈਠੇ ਰਹੇ ਪਾਠ ਸੁਣ ਕੇ, ਫਿਰ ਗਏ। ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ, ਮੈਂ ਦੇਖੋ ਜੀ ਇਹ ਡੇਰਾ ਨਹੀਂ ਹੈ ਕਿਤੇ ਕਹੋ ਉੱਥੇ ਜਾ ਕੇ ਲੰਗਰ ਛਕਾਂਗੇ। ਮੈਂ ਤਾਂ ਆਪ ਇਕੱਲਾ ਰਹਿਣਾ, ਮੈਂ ਤਾਂ ਆਪ ਕਿਤੋਂ ਖਾਣਾ, ਇਸ ਲਈ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਆਇਓ। ਮੈਂ ਕਿਤੇ ਕਹੋ ਵੀ ਚਲੋ ਉੱਥੇ ਡੇਰਾ ਹੋਣਾ, ਚੱਲਦੇ ਉੱਥੇ। ਅਤੇ ਉਹ ਰੋਟੀ ਖਾ ਕੇ ਆਏ ਸਨ। ਚਲੋ ਅਸੀਂ ਚਾਹ ਪਾਣੀ ਜੋ ਸਾਡਾ ਸਰਦਾ ਬਣਦਾ ਸੇਵਾ ਕਰਦੇ ਸੀ। ਕਹਿਣ ਦਾ ਮਤਲਬ ਹੈ ਜੇ ਉਹਨਾਂ ਨੂੰ ਪਸੰਦ ਆਇਆ ਸਾਡੇ ਬੱਚਿਆਂ ਦਾ ਪਾਠ, ਤਾਂ ਹੀ ਉਹ ਬੁੱਕ ਕਰਾਇਆ ਅਤੇ ਐਡੀ ਦੂਰੋਂ ਉਹ ਸੁਣਨ ਆਏ ਆਪਣਾ ਬੁੱਕ। ਸੋ ਇਸ ਲਈ ਹੈ ਇਹ ਪਾਠੀ ਜਿਹੜੇ ਨੇ ਜੇ ਚੱਜਦੇ ਹੋਣ, ਚਲੋ ਆਵਾਜ਼ ਤਾਂ ਦੇਖੋ ਕੁਦਰਤ ਵੱਲੋਂ ਮਿਲਦੀ ਹੈ, ਉਹ ਜਿਹੋ ਜਿਹੀ ਮਿਲ ਗਈ ਹੈ ਉਹਨੂੰ ਤਾਂ ਅਸੀਂ ਬਹੁਤਾ ਨਹੀਂ ਕਰ ਸਕਦੇ, ਪਰ ਪਾਠ ਤਾਂ ਸ਼ੁੱਧ ਕਰ ਸਕਦੇ ਨੇ। ਇਹ ਤਾਂ ਸਾਡੀ ਆਪਣੀ ਮਿਹਨਤ ਹੈ। ਕਿਤਾਬ ਤੁਹਾਨੂੰ ਦਿੱਤੀ ਹੋਈ ਹੈ, ਹੁਣ ਤਾਂ ਇਹ ਵੀ ਨਹੀਂ ਬਹਾਨਾ ਜੀ ਵੀ ਸਾਨੂੰ ਤਾਂ ਪਤਾ ਨਹੀਂ ਜੀ ਇਹਨੂੰ ਕੀ ਬੋਲਣਾ ਹੈ। ਇੱਕ ਸ਼ਬਦ ਉਹ 'ਚ ਲਿਖਿਆ ਹੋਇਆ ਹੈ ਵੀ ਇਹਨੂੰ ਆਹ ਬੋਲਣਾ ਹੈ, ਇਹਦਾ ਆਹ ਉਚਾਰਨ ਹੈ, ਇਸਦਾ ਆਹ ਉਚਾਰਨ ਹੈ। ਅਤੇ ਮੈਂ ਕਿੰਨੀ ਵਾਰੀ ਕਹਿੰਦਾ ਵੀ ਤੁਹਾਨੂੰ 60 ਸਫ਼ੇ ਆਉਂਦੇ ਨੇ। ਕਈ ਵਾਰੀ ਇੱਕੋ ਦਿਨ ਦੀ ਰੌਲ ਹੁੰਦੀ ਹੈ, 60 ਸਫ਼ੇ ਆਉਣੇ। ਮੇਰਾ 10 ਸਾਲ ਉਹੀ ਚੱਲਦੇ ਰਹਿਣੇ ਨੇ, ਬਦਲੇ ਨਹੀਂ ਹੈਗੇ। ਹੁਣ ਜਿਹਨੇ ਰਾਤ ਦੀ 12 ਤੋਂ 2 ਰੌਲਾ ਉਹੀ ਨੇ ਜਦੋਂ ਦੇ ਚੱਲ ਰਹੇ ਨੇ। ਅਤੇ ਜੇ ਅਸੀਂ 60 ਸਫ਼ੇ ਵੀ ਤਿਆਰ ਨਹੀਂ, ਜੇ ਤੁਸੀਂ 4 ਸਫ਼ੇ ਵੀ ਰੋਜ਼ ਤਿਆਰ ਕਰਨ ਲੱਗੋ, 15 ਚੌਕੇ 60, ਉਹ 15 ਦਿਨਾਂ ਤੁਹਾਡੀ ਰੌਲ ਤਿਆਰ ਹੋ ਜਾਏਗੀ। ਇੱਕ ਅੱਧੇ ਵਾਰੀ ਫੇਰ ਪੜ੍ਹ ਲਓ, ਪਾਠ ਸ਼ੁੱਧ ਹੋ ਜਾਏਗਾ। ਹਾਂ, ਜੇ ਤੁਹਾਡਾ ਪਾਠ ਸ਼ੁੱਧ ਹੋ ਗਿਆ, ਤੁਹਾਨੂੰ ਵੀ ਰਸ ਆਵੇਗਾ, ਸੁਣਨ ਵਾਲੇ ਨੂੰ ਵੀ ਰਸ ਆਵੇਗਾ। ਕਿਤਾਬ ਇਸੇ ਲਈ ਹੈ। ਉਸ ਕਿਤਾਬ 'ਚ ਲਿਖਣ ਲਈ ਪਰਮਾਤਮਾ ਨੇ ਮੇਰੇ ਤੋਂ ਬਹੁਤ ਮਿਹਨਤ ਕਰਾਈ। 10-10 ਘੰਟੇ ਮੈਂ ਲੱਗਾ ਰਹਿੰਦਾ ਸੀ। ਉਦੋਂ ਮੇਰਾ ਪੇਟ ਨਹੀਂ ਖਰਾਬ ਹੋਇਆ, ਮੈਂ ਸਗੋਂ ਹੈਰਾਨ ਵੀ ਜੇ ਮੈਂ 10-10 ਘੰਟੇ ਬੈਠਾ ਰਹਿੰਦਾ ਸੀ, ਲਿਖਦਾ ਰਹਿੰਦਾ ਸੀ, ਉਦੋਂ ਤਾਂ ਮੇਰੀ ਭੁੱਖ ਠੀਕ ਸੀ। ਹੁਣ ਮੈਂ ਵਿਹਲਾ ਹੋ ਗਿਆ ਅਤੇ ਹੁਣ ਮੈਨੂੰ ਭੁੱਖ ਲੱਗਣੋਂ ਹਟ ਗਈ ਹੈ। ਮੈਂ ਤੂੰ ਰੁੱਝੀ ਹੀ ਰਹਿ, ਤਾਂ ਹੀ ਠੀਕ ਰਹੇਗਾ। ਕੋਈ ਹੋਰ ਜਿਹਾ ਲੱਭ ਲੈ ਤੂੰ, ਕੋਈ ਹੋਰ ਲੱਗ ਜਾ ਕੋਈ ਲਿਖਣ। ਹਾਂਜੀ ਚਲੋ ਦੇਖਦੇ ਹਾਂ ਵੀ ਹੋਰ ਕੀ ਲਿਖੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ, ਚਲੋ ਕੁਦਰਤੀ ਹਿੰਦੀ, ਪੰਜਾਬੀ ਅਤੇ ਸੰਸਕ੍ਰਿਤ ਇਹ ਤਾਂ ਮੈਨੂੰ ਆਉਂਦੀ ਸੀ। ਫਾਰਸੀ ਦੀ ਮੈਨੂੰ ਡਿਕਸ਼ਨਰੀ ਮਿਲ ਗਈ ਕੁਦਰਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਿਆਂ ਨੇ ਨਾ, ਅੰਮ੍ਰਿਤਸਰ ਵਾਲਿਆਂ ਨੇ ਡਿਕਸ਼ਨਰੀ ਛਾਪੀ 700 ਰੁਪਏ ਦੀ। ਉਹਦੇ ਵਿੱਚ 1300 ਫਾਰਸੀ ਅਤੇ ਅਰਬੀ ਦੇ ਸ਼ਬਦ ਨੇ। 1300 ਸ਼ਬਦ ਅਰਬੀ ਫਾਰਸੀ ਦੇ ਨੇ ਗੁਰਬਾਣੀ ਵਿੱਚ। ਉਹ 1300 ਦੇ 1300 ਉਹਨਾਂ ਨੇ ਲਿਖੇ ਹੋਏ ਨੇ, ਉਹਨਾਂ ਦਾ ਉਚਾਰਨ ਲਿਖਿਆ, ਉਹਨਾਂ ਦੇ ਅਰਥ ਲਿਖੇ ਨੇ। ਉੱਥੋਂ ਮੈਨੂੰ ਪਤਾ ਲੱਗਾ ਵੀ ਇਹ ਦਰਗਾਹ ਨਹੀਂ ਹੈ, ਇਹ ਤਾਂ ਦਰਗਾਹ ਹੈ। ਦੇਖੋ 25 ਸਾਲ ਮੈਂ ਆਪ ਦਰਗਾਹ ਪੜ੍ਹਾਉਂਦਾ ਰਿਹਾ, ਐਵੇਂ ਕਹਾਂ, ਕਿਉਂਕਿ ਉਹ ਹਿੰਦੀ ਦੇ ਅਸੂਲ ਅਨੁਸਾਰ ਪੜ੍ਹਾਈ ਗਿਆ। ਵਿਦਿਆ ਰਾ ਗੱਗਾ ਹਾ, ਪੰਜਾਬੀ ਦਾ ਵੀ ਇਹੀ ਨਹੀਂ, ਜਿਵੇਂ ਹਾਹੇ ਤੋਂ ਪਹਿਲਾਂ ਗੱਗਾ ਮੁਕਤ ਹੈ ਵੀ ਉਹਨੂੰ ਦਲਾਵਾਂ ਲੱਗਣਗੀਆਂ, ਇਹ ਦਰਗਾਹ ਕਹੀ ਗਏ। ਜਦੋਂ ਦੇਖੇ ਵੀ ਤਾਂ ਫਾਰਸੀ ਦਾ, ਅਤੇ ਫਾਰਸੀ 'ਚ ਉੱਥੇ ਲਿਖਿਆ ਹੋਇਆ ਦਰਗਾਹ,
ਉੱਥੇ ਉਚਾਰਨ ਲਿਖਿਆ ਦਰਗਾਹ, ਪਹਿਲਾਂ ਫਾਰਸੀ ਲਿਖੀ ਹੋਈ ਹੈ, ਪਹਿਲਾਂ ਤੇ ਦੱਦਾ ਰਾਰਾ ਗੱਗਾ ਹਾਹੇ ਰੁਸਿਆਰੀ ਮਨ ਇਹ ਲਿਖਿਆ ਹੋਇਆ, ਠੀਕ ਹੈ ਜੀ। ਫਿਰ ਅੱਗੇ ਲਿਖਿਆ ਅਰਬੀ ਦਾ ਕਿ ਫਾਰਸੀ ਦਾ, ਉਹ ਅਰਬੀ ਅਤੇ ਫਾਰਸੀ 'ਚ ਵੀ ਲਿਖਿਆ ਹੋਇਆ ਹੈ। ਫਿਰ ਜਗ੍ਹਾ ਉਹਦੇ ਅੱਗੇ ਪੰਜਾਬੀ 'ਚ ਉਹਦਾ ਉਚਾਰਨ ਲਿਖਿਆ ਹੋਇਆ, ਫਿਰ ਉਹਦਾ ਅਰਥ ਲਿਖਿਆ, ਫਿਰ ਜਿੱਥੋਂ ਲਾਈਨ ਲਈ ਹੈ ਗੁਰੂ ਗ੍ਰੰਥ ਦਾ ਉਹ ਲਾਈਨ ਵੀ ਲਿਖੀ ਹੋਈ ਹੈ ਵੀ ਇਹ ਸ਼ਬਦ ਕਿਹੜੀ ਲਾਈਨ 'ਚ ਆਉਂਦਾ ਹੈ, ਉਹ ਸਾਰੀ ਲਾਈਨ ਦਾ ਅਰਥ ਵੀ ਲਿਖਿਆ ਹੋਇਆ ਉਸ 'ਚ, ਵੀ ਆਹ ਇਹਦਾ ਅਰਥ ਹੈ, ਤਾਂ ਜੋ ਉਹਨਾਂ ਨੂੰ ਸਮਝ ਆ ਜਾਏ ਪੂਰੀ। ਉਹ ਵੀ ਪ੍ਰੋਫੈਸਰਾਂ ਨੇ ਬੜੀ ਬੇਇੱਜ਼ਤੀ ਕੀਤੀ ਹੈ, 3 ਪ੍ਰੋਫੈਸਰਾਂ ਨੇ ਰਲ ਕੇ ਜਿਹੜਾ ਹੈ ਉਹ ਸਾਰਾ ਕੀਤਾ। ਹਾਂ, ਮੈਂ ਚਲੋ ਆਹ ਤਾਂ ਬਈ, ਪਰ ਪਤਾ ਕੀ ਹੈ, ਐਡਵਰਟਾਈਜ਼ਮੈਂਟ ਨਹੀਂ ਕੀਤੀ ਅਖਬਾਰਾਂ 'ਚ, ਨਹੀਂ ਤਾਂ ਕਈ ਖਰੀਦ ਲੈਂਦੇ, ਕਹਿ ਜੀ ਉਹ ਬੰਦਾ ਕਹਿੰਦਾ ਜਿਹਨੇ ਲਿਖੀ ਸੀ ਆਪਣੇ ਸਰਦਾਰ ਵਿਜੇ ਸਿੰਘ ਦੇ ਜਿਹੜੇ ਸਹੁਰਾ ਸਾਹਿਬ ਸਨ, ਉਹਨੇ ਉਹ ਕਿਤਾਬ ਲਿਖੀ। ਮੈਂ ਕੁਦਰਤੀ ਉਹਨਾਂ ਨੂੰ ਸਮਰਾਲੇ ਮਿਲਣ ਚਲੇ ਗਏ, ਉਹਨਾਂ ਦੇ ਕਾਰਨ ਵਿਜੇ ਸਿੰਘ ਦੇ ਨਾਲ, ਉਹਨਾਂ ਮੈਨੂੰ ਦੱਸਿਆ ਵੀ ਆਹ ਲਿਖਿਆ, ਮੈਂ ਪੜ੍ਹੀ। ਫਿਰ ਮੈਂ ਵੀ ਉਹ ਕਹਿੰਦੀ ਇੱਕੋ ਹੀ ਮੇਰੇ ਕੋਲ ਕਿਤਾਬ ਹੈ, ਹੋਰ ਕੋਈ ਕਿਤਾਬ ਨਹੀਂ ਹੈਗੀ ਉੱਥੇ, ਉਹਨੇ ਥੋੜ੍ਹੀ ਜਿਹੀ ਛਾਪੀਆਂ ਸਨ ਬਸ, ਕਹਿੰਦੇ ਪੈਸੇ ਮੁੱਕ ਗਏ ਨੇ, ਯੂਨੀਵਰਸਿਟੀ ਜਿਹੜੀ ਗ੍ਰਾਂਟ ਸੀ ਉਹ ਮੁੱਕ ਗਈ ਹੈ। ਚਲੋ ਉਹ ਜਦੋਂ ਮੈਂ ਕਿਤਾਬ ਲਿਖ ਰਹੀ ਸੀ ਇਹਨੇ ਚਨੋਂ ਸਵਰਗਵਾਸ ਹੋ ਗਏ। ਮੈਂ ਸਰਦਾਰ ਵਿਜੇ ਸਿੰਘ ਨੇ ਕਿਹਾ ਮੈਨੂੰ ਕਿਤਾਬ ਚਾਹੀਦੀ ਹੈ, ਉਹ ਡਿਕਸ਼ਨਰੀ ਚਾਹੀਦੀ, ਉਹਨਾਂ ਮੈਨੂੰ ਲਿਆ ਕੇ ਦੇਤੀ। ਫਿਰ ਮੈਂ ਹਿੰਦੀ ਦੀ ਡਿਕਸ਼ਨਰੀ ਅਤੇ ਜਿਹੜਾ ਹੈ ਇੱਕ ਪਾਸੇ ਇਹ ਫਾਰਸੀ ਵਾਲੀ ਡਿਕਸ਼ਨਰੀ, ਇਹ ਰੱਖ ਕੇ ਇੱਕ ਸ਼ਬਦ ਚੈੱਕ ਕੀਤਾ, ਇਹ ਸ਼ਬਦ ਹਿੰਦੀ ਦਾ ਜਿਹੜਾ ਮੈਨੂੰ ਡਾਊਟ ਸੀ ਉਚਾਰਨ ਦਾ, ਡਿਕਸ਼ਨਰੀ ਮੈਂ ਵੇਖੀ ਵੀ ਇਹਦਾ ਕੀ ਉਚਾਰਨ ਹੈ, ਇਹਦਾ ਕੀ ਅਰਥ ਹੈ। ਜਿਹੜਾ ਫਾਰਸੀ ਦਾ ਸੀ ਉਹ ਫਾਰਸੀ ਦੇਖਿਆ, ਅਰਬੀ ਦਾ ਕਿ ਫਾਰਸੀ ਦਾ, ਇਹਦਾ ਕੀ ਉਚਾਰਨ ਹੈ, ਇਹਦਾ ਕੀ ਅਰਥ ਹੈ। ਇਸ ਤਰ੍ਹਾਂ ਡਿਕਸ਼ਨਰੀਆਂ ਕੰਸਲਟ ਕਰਕੇ ਉਹ ਲਿਖੀ ਗਈ ਕਿਤਾਬ। ਉਸ 'ਤੇ ਬਹੁਤ ਜ਼ਿਆਦਾ ਪਰਮਾਤਮਾ ਨੇ ਮਿਹਨਤ ਕਰਾਈ ਹੈ। ਸੋ ਇਸੇ ਉਹ ਫਿਰ ਤਾਂ ਤੁਹਾਨੂੰ ਦਿੱਤੀ, ਖਰਚਾ ਉਸ 'ਤੇ ਆਇਆ 300 ਰੁਪਈਆ ਪ੍ਰਤੀ ਕਿਤਾਬ, ਪਰ ਤੁਹਾਨੂੰ 100 ਰੁਪਏ ਦੀ ਦਿੱਤੀ ਵੀ ਚਲੋ ਸਾਰੀ ਸੰਗਤ ਕੋਲ ਹੋ ਜਾਏ, ਕਿਉਂਕਿ 3 ਲੱਖ ਉਸ 'ਤੇ ਖਰਚਾ ਆਇਆ। 2 ਲੱਖ ਇੱਕ ਬੰਦੇ ਨੇ ਸਾਨੂੰ ਭੇਜਤਾ, ਉਹਨੇ ਮੈਨੂੰ ਕਿਹਾ ਜੀ ਮੇਰੇ ਛਪਾ ਦਿਓ, ਅਤੇ ਉਦੋਂ ਮੈਂ ਉਹਨੂੰ ਪੁੱਛਿਆ ਕਿ ਜੀ 2 ਲੱਖ ਖਰਚਾ ਆਵੇਗਾ, ਮੈਂ ਉਹਨੂੰ ਕਿਹਾ ਵੀ 2 ਲੱਖ ਆਏਗਾ, ਭੇਜ ਦੇ। ਚਲੋ 2 ਲੱਖ ਆ ਗਿਆ, ਖਰਚਾ ਆ ਗਿਆ 3 ਲੱਖ। ਮੈਂ ਵੀ ਤੁਸੀਂ ਤਾਂ ਮੇਰੇ ਨਾਲ ਇਸ ਤਰ੍ਹਾਂ ਕੀਤੀ, ਹੁਣ ਮੈਂ ਚੰਗਾ ਲੱਗਦਾ ਉਹਨੂੰ, ਉਹ ਤਾਂ ਮੈਂ ਨਾਮ ਵੀ ਛਾਪਣੇ, ਉਹਨੇ ਆਪਣੇ ਪਿਤਾ ਦੀ ਯਾਦ 'ਚ ਭੇਜੇ ਸਨ, ਕਹਿੰਦੇ ਜੀ ਪਤਾ ਹੀ ਨਹੀਂ ਸੀ ਤਾਂ ਐਡੀ ਵੱਡੀ ਹੈ, ਸਾਡਾ ਅੰਦਾਜ਼ਾ ਗਲਤ ਨਹੀਂ, ਸਾਡਾ ਖਰਚਾ ਹੋ ਗਿਆ। ਚਲੋ ਕੁਛ ਉਹਨਾਂ ਨੂੰ ਮੈਂ ਹੋਰ ਦਿੱਤੇ, ਕੁਛ ਉਹਨਾਂ ਨੇ ਛੱਡ ਦਿੱਤੇ। ਇਹ 300 ਰੁਪਏ ਦੀ ਕਿਤਾਬ ਤੁਹਾਨੂੰ 100 ਰੁਪਏ ਦਿੱਤੀ ਹੋਈ ਹੈ ਕਿ ਤੁਸੀਂ ਭਾਈ ਮਿਹਨਤ ਕਰੋ। ਦੇਖੋ ਮਿਹਨਤ ਤਾਂ ਤੁਸੀਂ ਕਰਨੀ ਹੈ, ਕਿਤਾਬ ਲਿਖਣ ਨਾਲ ਤਾਂ ਲਿਖਦੀ, ਉਹ ਹੁਣ ਡਿਕਸ਼ਨਰੀ ਲਿਖਦੇ ਪਏ ਉਹਨੇ, ਜੇ ਪੜ੍ਹਦੇ ਹੀ ਨਾ, ਮੇਰੇ ਕੋਲ ਡਿਕਸ਼ਨਰੀ ਹੁੰਦੀ ਅਤੇ ਉਹਨੂੰ ਮੈਂ ਪੜ੍ਹਦਾ ਨਾ, ਉਹਦਾ ਫਾਇਦਾ ਨਾ ਉਠਾਉਂਦਾ, ਅਤੇ ਫਿਰ ਮੈਨੂੰ ਕਮਲੇ ਕਹਿਣਾ ਸੀ ਅਗਲੇ ਵੀ ਜੇ ਤੈਨੂੰ ਚੀਜ਼ ਦਿੱਤੀ ਹੈ ਅਤੇ ਤੂੰ ਕਿਉਂ ਨਹੀਂ ਉਹਨੂੰ ਕੰਸਲਟ ਕੀਤਾ। ਇਸ ਲਈ ਮਿਹਨਤ ਕਰੋ, ਉਸ ਕਿਤਾਬ ਦੇ ਅਨੁਸਾਰ ਸਹਿਜ ਪਾਠ ਕਰੋ, 2-3 ਸਹਿਜ ਪਾਠ ਉਸ ਕਿਤਾਬ ਅਨੁਸਾਰ ਕਰੋ, ਚਾਹੇ 5 ਸਫ਼ੇ ਰੋਜ਼ ਦੇ ਹੋਣ। ਜੇ 5 ਸਫ਼ੇ ਵੀ ਰੋਜ਼ ਦਿਓਗੇ, ਮਹੀਨੇ 'ਚ 150 ਸਫ਼ੇ, ਤਾਂ ਵੀ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਉਸ ਨੂੰ ਸਾਰਾ ਪੜ੍ਹ ਲਓਗੇ। 1-2 ਸਹਿਜ ਪਾਠ ਕਰ ਲਓ, ਆਪੇ ਫਿਰ ਉਹ ਠੀਕ ਹੋ ਜਾਏ। ਕਿਤਾਬ ਅਨੁਸਾਰ ਸਹਿਜ ਪਾਠ ਕਰੋ, ਉਂਝ ਨਹੀਂ। ਉਂਝ ਤਾਂ ਫਿਰ ਜਿਹੜਾ ਸ਼ਬਦ ਗਲਤ ਹੈ ਉਹ ਗਲਤੀ ਤੁਸੀਂ ਬੋਲੀ ਜਾਓਗੇ ਸਾਰਾ। ਸੋ ਗੁਰੂ ਮਹਾਰਾਜ ਕਹਿੰਦੇ ਰਸਨਾ ਦੇ ਨਾਲ ਬੜੇ ਪਿਆਰ ਨਾਲ ਨਾਮ ਜਪੀ ਜਾਣਾ ਹੈ, ਫਿਰ ਕਿ ਇਹ ਭੁੱਲਿਆ ਹੋਇਆ ਮਨ ਜਿਹੜਾ ਹੈ ਇਹ ਮਾਇਆ ਦੇ ਘਰ 'ਚੋਂ ਵਾਪਸ ਆ ਜਾਏਗਾ। ਇਹ ਜਿਹੜਾ ਕਾਮ ਦੇ ਮਗਰ ਭੱਜਿਆ ਫਿਰਦਾ ਹੈ ਉਹ ਛੱਡ ਦੇਗਾ ਅਤੇ ਆਪਣੀ ਥਾਂ 'ਤੇ ਆ ਕੇ ਟਿਕ ਜਾਵੇਗਾ। ਗੈਵਰ ਹੈਵਰ ਕੰਚਨ ਸੁਤ ਨਾਰੀ, ਬਹੁ ਚਿੰਤਾ ਪਿੜ ਚਾਲੈ ਹਾਰੀ, ਜੂਐ ਖੇਲਣ ਕਾਚੀ ਸਾਰੀ। ਗੈਵਰ ਹਿੰਦੀ ਦਾ ਸ਼ਬਦ ਹੈ ਹਾਥੀ, ਹੈਵਰ ਹਿੰਦੀ ਦਾ ਸ਼ਬਦ ਹੈ ਘੋੜਾ, ਕੰਚਨ ਵੀ ਹਿੰਦੀ ਦਾ ਸ਼ਬਦ ਹੈ ਸੋਨਾ, ਸੁਤ ਵੀ ਹਿੰਦੀ ਦਾ ਸ਼ਬਦ ਹੈ ਪੁੱਤਰ। ਚਲੋ ਨਾਰੀ ਤਾਂ ਹਿੰਦੀ 'ਚ ਵੀ ਹੈ ਅਤੇ ਪੰਜਾਬੀ 'ਚ ਵੀ ਹੈ। ਗੈਵਰ ਹੈਵਰ ਕੰਚਨ ਸੁਤ ਨਾਰੀ, ਕਿਸੇ ਕੋਲ ਹਾਥੀ ਨੇ, ਘੋੜੇ ਨੇ, ਸੋਨਾ ਹੈ, ਪੁੱਤਰ ਨੇ, ਪਤਨੀ ਹੈ, ਬਹੁਤ ਚਿੰਤਾ, ਇਹਨਾਂ ਕਰਕੇ ਉਹਨੂੰ ਚਿੰਤਾ ਲੱਗੀ ਰਹਿੰਦੀ ਹੈ।
ਇਹਨਾਂ ਕਰਕੇ ਉਹਨੂੰ ਚਿੰਤਾ ਲੱਗੀ ਰਹਿੰਦੀ। ਜਿਹੜਾ ਵੱਡਾ ਲਾਣਾ ਬਾਣਾ ਹੋਗਾ ਉਹਨੇ ਚਿੰਤਾ ਵੱਧ ਹੋਏਗੀ, ਜ਼ਿੰਮੇਵਾਰੀ ਵੱਧ ਹੋਏਗੀ, ਉਹਦੀ ਜ਼ਿੰਮੇਵਾਰੀ ਵੱਧ ਹੋਏਗੀ। ਮੈਂ ਕਈ ਸੰਤਾਂ ਨੂੰ ਹੱਸਦਾ ਹੁੰਦਾ, ਮੈਂ ਘਰ-ਬਾਰ ਵੀ ਛੱਡਿਆ, ਘਰ-ਬਾਰ ਵੀ ਛੱਡਿਆ, ਬਾਹਰ ਡੇਰਾ ਪਹਿਲੇ 500 ਚੇਲਾ ਰੱਖ ਲਿਆ। ਆਹ 2 ਸਾਹਮਣੇ ਔਖੇ ਹੋਏ ਨੇ ਤੁਹਾਨੂੰ, 500 ਦੀ ਜ਼ਿੰਮੇਵਾਰੀ ਚੱਕਣੀ, ਚਿੰਤਾ ਰਹਿਣੀ ਕੋਈ ਸ਼ਰਾਰਤ ਨਾ ਕਰਦੇ, ਕੋਈ ਚੋਰੀ ਨਾ ਕਰ ਲੈ, ਕੋਈ ਹੋਰ ਨਾ ਕੁਛ ਕਰਦੇ, ਬਦਨਾਮੀ ਨਾ ਹੋ ਜੇ। ਘਰ ਵੀ ਛੱਡਿਆ ਅਤੇ ਚਿੰਤਾ ਮੁੜ ਕੇ ਫਿਰ ਉਹਨਾਂ ਦੀ ਪੈ ਗਈ। ਹਾਂਜੀ, ਗੁਰਬਾਣੀ ਕਹਿੰਦੀ ਧੀਆਂ ਪੁੱਤ ਛੱਡੇ ਚੇਲਿਆਂ 'ਚ ਮੋਹ ਪਾ ਲਿਆ ਹੈ। ਇੱਕ ਡੇਰੇ ਮੈਂ ਗਿਆ, ਮਹਾਂਪੁਰਖ ਇੱਕ ਨੂੰ ਕੁੱਟ ਰਹੇ ਸਵੇਰੇ ਸਵੇਰੇ, 5 ਫੁੱਟੀ ਡਾਂਗ ਉਹਨਾਂ ਦੇ ਕੋਲ। ਚਲੋ ਮੇਰੇ ਨਾਲ ਪ੍ਰੇਮ ਸੀ, ਮੈਂ ਗਿਆ, ਮੈਨੂੰ ਵੇਖ ਉਹਨੂੰ ਕਹਿੰਦੇ ਦੌੜ ਜਾ ਓਏ, ਅੱਗੇ ਤੋਂ ਨਾ ਇਸ ਤਰ੍ਹਾਂ ਕਰੀ। ਡਾਂਗ ਰੱਖਤੀ, ਕੁਰਸੀ 'ਤੇ ਬਹਿ ਗਏ, ਮੈਂ ਪਹੁੰਚ ਗਿਆ। ਗੱਲਾਂ ਬਾਤੀਆਂ ਹੱਸਦਾ ਮੈਂ, ਬਾਬਾ ਜੀ ਕੀ ਗੱਲ ਕੁੱਟ ਰਹੇ ਸੀ? ਉਹ ਜੱਟ ਸਨ, ਕਹਿੰਦੇ ਮਾਸਟਰ ਜੀ ਇੱਥੇ 500 ਲਗੌੜ ਹੈ, ਜੇ ਇੱਕ ਨੇ ਵੀ ਸ਼ਰਾਰਤ ਕਰਤੀ ਡੇਰੇ ਦੀ ਬਦਨਾਮੀ ਹੋ ਜਾਏਗੀ। ਇਹ ਵਿੱਚ ਵੀ ਸ਼ਰਾਰਤਾਂ ਕਰਦੇ ਰਹੇ ਤਾਂ ਇਹਨਾਂ ਨੂੰ ਕੁੱਟ ਪੈ ਰਹੀ ਸੀ। ਮੈਂ ਦਿਲ 'ਚ ਸੋਚਿਆ ਉਹ ਜੈਮਲ ਸੇ 2 ਜਵਾਕ ਛੱਡ ਕੇ 500 ਦੇ ਵਕਤ ਨੂੰ ਖੜੇ ਹੋਏ ਨੇ। 500 ਦੇ ਰਹਿਣ ਦਾ ਪ੍ਰਬੰਧ ਕਰੋ, 500 ਦੀ ਰੋਟੀ ਦਾ ਪ੍ਰਬੰਧ ਕਰੋ, 500 ਦੇ ਕੱਪੜਿਆਂ ਦਾ ਪ੍ਰਬੰਧ ਕਰੋ, ਅਤੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਵੀ ਚੱਕੋ। ਅਤੇ ਫਿਰ ਭਜਨ ਕੀ ਕਿਹੜੇ ਵੇਲੇ ਹੋਵੇਗੀ? ਹੁਣ ਤਾਂ ਟਾਈਮ ਹੀ ਨਹੀਂ ਬਚਦਾ। ਇਹ ਜਿੰਨਾ ਲਾਣਾ ਬਾਣਾ ਛੋਟਾ ਹੋਏਗਾ ਨਾ ਉਨਾ ਹੀ ਠੀਕ ਰਹੇਗਾ। ਨਹੀਂ ਤਾਂ ਆਹ ਦੱਸ ਹੀ ਦਿੱਤਾ, ਹਾਥੀ ਨੇ ਕੋਲ ਗੈਵਰ, ਹੈਵਰ ਘੋੜੇ ਨੇ ਕੋਲ, ਕੰਚਨ ਸੋਨੇ ਕੋਲ, ਸੁਤ ਪੁੱਤਰ ਨੇ, ਨਾਰੀ ਹੈ, ਬਹੁਤ ਚਿੰਤਾ। ਇਹਨਾਂ ਕਰਕੇ ਵਿਚਾਰੇ ਨੂੰ ਚਿੰਤਾ ਲੱਗੀ ਹੋਈ ਹੈ। ਪਿੜ ਚਾਲੇ ਹਾਰੀ, ਬਾਜ਼ੀ ਹਾਰ ਕੇ ਜਾਂਦਾ ਫਿਰ ਤੋਂ, ਪਿੜ ਬਣੇ ਬਾਜ਼ੀ। ਇਹ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ, ਕਿਉਂ ਉਹਨਾਂ ਦੀ ਚਿੰਤਾ 'ਚ ਹੀ ਲੱਗਾ ਰਹਿੰਦਾ ਹੈ। ਭਜਨ ਬੰਦਗੀ ਲਈ ਟਾਈਮ ਹੀ ਨਹੀਂ ਮਿਲਦਾ, ਭਜਨ ਬੰਦਗੀ ਲਈ ਟਾਈਮ ਨਹੀਂ ਮਿਲਦਾ, ਉਹਨਾਂ ਦੀ ਚਿੰਤਾ 'ਚ ਹੀ ਸਾਰਾ ਸਮਾਂ ਬਤੀਤ ਹੋ ਜਾਂਦਾ। ਇਸ ਲਈ ਜੀਵਨ ਦੀ ਬਾਜ਼ੀ ਹਾਰ ਕੇ ਚਲਿਆ ਜਾਂਦਾ। ਅਤੇ ਕਿਵੇਂ ਹਾਰੇ? ਜੂਆ ਖੇਲਣ ਕਾਚੀ ਸਾਰੀ, ਜਿਵੇਂ ਜੂਆ ਖੇਡਿਆ ਅਤੇ ਹਾਰ ਗਏ, ਐਵੇਂ ਗਏ ਨਾ, ਐਵੇਂ ਗਏ। ਇੱਕ ਵਾਰ ਮੈਂ ਦੇਖਿਆ, ਮੇਰੇ ਜੋਤਸ਼ੀ ਨੇ ਕਿਹਾ ਤੁਹਾਨੂੰ ਉੱਪਰੋਂ ਕੋਈ ਆਮਦਨ ਨਹੀਂ ਹੋਣੀ, ਤਨਖਾਹ ਹੀ ਤਨਖਾਹ। ਮੈਂ ਦੇਖੀ ਤਾਂ ਸਹੀ, ਉਦੋਂ 20 ਰੁਪਏ ਦੀ ਟਿਕਟ ਹੁੰਦੀ ਸੀ ਪੰਜਾਬ ਸਰਕਾਰ ਦੀ। 12 ਮਹੀਨੇ ਮੈਂ ਪਾਉਂਦਾ ਰਿਹਾ, 240 ਰੁਪਏ ਹੋ ਗਏ 12 ਮਹੀਨੇ ਦੇ। 1 ਰੁਪਈਆ ਵੀ ਮੇਰਾ ਨਹੀਂ ਨਿਕਲਿਆ। ਬਾਜ਼ੀ ਹਾਰ ਗਏ ਨਾ, ਜੂਆ ਹੀ ਹੈ ਕਿਸਮ ਦਾ, ਗਏ ਬਈ। ਚਲੋ ਤਾਂ ਮੰਨੋ ਅਸੀਂ ਚੱਲ ਸਰਕਾਰ ਕੋਲ ਹੀ ਗਏ, ਕੋਈ ਗੱਲ ਨਹੀਂ, ਵੀ ਕਿਹੜਾ ਕਿਸੇ ਪ੍ਰਾਈਵੇਟ ਦੇ ਹੱਥ 'ਚ ਗਏ ਨੇ, ਜਿਹੜਾ ਬਚ ਗਿਆ ਸਰਕਾਰ ਕੋਲ ਹੀ ਗਏ। ਪਰ ਐਵੇਂ ਗਏ ਨਾ, ਕੁਛ ਉਹਨਾਂ ਦੇ ਬਦਲੇ ਮਿਲਿਆ ਨਾ। ਇਸ ਤਰ੍ਹਾਂ ਜਿਹੜਾ ਹੈ ਚਿੰਤਾ ਦੇ ਵਿੱਚ ਬੰਦਾ ਸਮਾਂ ਸਾਰਾ ਬਤੀਤ ਕਰਦਾ, ਨਾਮ ਜਪਦਾ ਨਹੀਂ, ਅਤੇ ਐਂ ਸਮਝੋ ਉਹਨੇ ਜੂਆ ਖੇਡ ਕੇ ਆਪਣੀ ਬਾਜ਼ੀ ਹਾਰਤੀ, ਉਹਦੀ ਬਾਜ਼ੀ ਕੱਚੀ ਰਹਿ ਗਈ, ਬਾਜ਼ੀ ਹਾਰ ਗਿਆ। ਸੰਪੋ ਸੰਚੀ ਭਏ ਵਿਕਾਰ, ਹਰਖ ਸੋਕ ਊਬੇ ਦਰਬਾਰ, ਸੁਖ ਸਹਿਜੇ ਜਪ ਹਿਰਦੈ ਬਰਾਰ। ਸੰਪੋ ਸੰਪਤੀ ਧਨ ਦੌਲਤ ਸੰਚੀ ਇਕੱਠੀ ਕੀਤੀ, ਭਏ ਵਿਕਾਰ ਮਾਇਆ ਤੇ ਇਕੱਠੀ ਕਰ ਲਈ, ਪਰ ਵਿਕਾਰ ਪੈਦਾ ਹੋ ਗਏ, ਬੁਰਾਈਆਂ ਪੈਦਾ ਹੋ ਗਈਆਂ, ਬੁਰਾਈਆਂ ਪੈਦਾ ਹੋ ਗਈ। ਕਿਉਂ? ਕੁਝ ਨਾ ਕੁਝ ਤੇ ਗੜਬੜ ਕੀਤੀ ਨਾ ਮਾਇਆ ਇਕੱਠੀ ਕਰਨ ਲਈ, ਕੁਝ ਨਾ ਕੁਝ ਤੇ ਗਲਤ ਕੀਤਾ ਨਾ, ਇਸ ਲਈ ਅੰਦਰ ਵਿਕਾਰ ਪੈਦਾ ਹੋ ਗਏ, ਅੰਦਰ ਬੁਰਾਈਆਂ ਪੈਦਾ ਹੋ ਗਏ, ਧਨ ਤੇ ਇਕੱਠਾ ਕਰ ਲਿਆ। ਫਿਰ ਹੁਣ ਅੰਦਰ ਜਦੋਂ ਬੁਰਾਈਆਂ ਨੇ, ਧਨ ਦੀ ਚਿੰਤਾ ਹੈ, ਹਰਖ ਖੁਸ਼ੀ, ਹਿੰਦੀ ਕਹਿੰਦੇ ਹਰਸ਼, ਪੰਜਾਬੀ ਕਹਿੰਦੇ ਹਰਖ ਖੁਸ਼ੀ, ਸ਼ੋਕ ਅਫਸੋਸ, ਊਬੇ ਖੜੇ ਦਰਬਾਰ ਬੂਏ ਗਏ। ਉਹਦੇ ਘਰ ਦੇ ਬੂਹੇ ਅੱਗੇ ਕਦੇ ਖੁਸ਼ੀ ਤੇ ਕਦੇ ਗਮੀ ਖੜੇ ਰਹਿੰਦੇ ਨੇ, ਕਦੇ ਖੁਸ਼ੀ ਕਦੇ ਗਮੀ, ਉਹਦੇ ਬੂਹੇ ਅੱਗੇ ਦੋਨੋਂ ਖੜੀ ਰਹਿੰਦੇ ਨੇ। ਧਨ ਤੇ ਇਕੱਠਾ ਕਰ ਲਿਆ, ਪਰ ਅੰਦਰ ਬੁਰਾਈਆਂ ਪੈਦਾ ਹੋ ਗਈਆਂ। ਹੁਣ ਹੱਲ ਕੀ ਹੈ? ਵਧੀਆ ਦਿੱਤਾ, 2 ਦੇ ਵਿੱਚ ਸਮੱਸਿਆ ਦਿੱਤੀ ਹੈ, ਦੂਜੇ ਲੈਣਾ ਜੀ, ਤੀਜੀ 'ਚ ਹੱਲ ਦਿੱਤਾ। ਸੁਖ ਸਹਿਜੇ ਜਪ ਹਿਰਦੈ ਬਰਾਰ,
ਹਿਰਦੇ 'ਚ ਪਰਮਾਤਮਾ ਦਾ ਨਾਮ ਜਪ, ਤੈਨੂੰ ਸਹਿਜੇ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਬਸ। ਨਹੀਂ ਤੇ ਫਿਰ ਚਿੰਤਾ 'ਚ ਲੱਗਾ ਰਹੇਗਾ। ਕਹਿੰਦੇ ਨਾਮ ਜਪ, ਫਿਰ ਸਹਿਜ ਸੁਭਾਏ ਤੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਮਨ ਕਰੇ ਨਾਮ ਜਪਣਾ। ਕਈ ਵਾਰ ਅਸੀਂ ਵਾਹਿਗੁਰੂ ਵਾਹਿਗੁਰੂ ਰਸਨਾ ਕਰ ਰਹੇ ਹੁੰਦੇ ਆ, ਧਿਆਨ ਕਿਤੇ ਹੋਰ ਗਿਆ ਹੁੰਦਾ, ਉਹ ਪ੍ਰਵਾਨ ਨਹੀਂ ਹੁੰਦਾ। ਰਸਨਾ ਤੇ ਪਵਿੱਤਰ ਹੋ ਗਈ ਨਾਮ ਜਪ ਕੇ, ਪਰ ਆਤਮਾ ਤਾਂ ਮੈਲੀ ਦੀ ਮੈਲੀ ਰਹਿ ਗਈ। ਮਨ ਤਾਂ ਸਾਫ਼ ਹੋਣਾ ਸੀ ਜੇ ਨਾਮ ਜਪਣ ਵੇਲੇ ਮਨ ਹਾਜ਼ਰ ਹੁੰਦਾ। ਜਿਹਨੂੰ ਅਸੀਂ ਸਾਫ਼ ਕਰਨਾ ਹੈ ਉਹ ਤਾਂ ਬਾਹਰ ਗਿਆ ਹੋਇਆ ਹੈ, ਉਹ ਤਾਂ ਬਾਹਰ ਗਿਆ ਹੋਇਆ। ਸਿਮਰਨ ਦਾ ਉਹਦੇ ਅਸਰ ਹੀ ਕੋਈ ਨਹੀਂ ਹੋਇਆ ਕਿ ਉਹ ਤਾਂ ਬਾਹਰ ਗਿਆ ਹੋਇਆ। ਉਹ ਤਾਂ ਕਿਤੇ ਅਮਰੀਕਾ ਗੇੜਾ ਲਾ ਰਿਹਾ, ਕਿਤੇ ਕੈਨੇਡਾ ਗਿਆ ਹੋਇਆ, ਕਦੇ ਆਸਟ੍ਰੇਲੀਆ ਗਿਆ, ਕਿਤੇ ਨਿਊਜ਼ੀਲੈਂਡ ਗਿਆ ਹੋਇਆ, ਕਿਤੇ ਆਂਢ ਗੁਆਂਢ 'ਚ ਗਿਆ ਹੋਇਆ। ਆਪਣਾ ਮਨ ਟਿਕਦਾ ਨਹੀਂ ਨਾ। ਇਸ ਲਈ ਜਿਹੜੇ ਭਜਨ ਬੰਦਗੀ ਕਰਨ ਵਾਲੇ ਬੰਦੇ ਨੇ ਉਹ ਕਹਿੰਦੇ ਚਾਹੇ ਥੋੜ੍ਹੀ ਦੇਰ ਸਿਮਰਨ ਕਰੋ, ਪਰ ਧਿਆਨ ਨਾਲ ਕਰੋ। ਪ੍ਰਾਪਤੀ ਧਿਆਨ ਨਾਲ ਹੋਣੀ ਹੈ। ਬਹੁਤੀ ਦੇਰ ਸਿਮਰਨ ਕਰਨ ਨਾਲ ਪ੍ਰਾਪਤੀ ਨਹੀਂ ਹੋਣੀ। ਤੁਸੀਂ ਕਿੰਨੇ ਧਿਆਨ ਨਾਲ ਕੀਤਾ ਉਹਦੇ ਨਾਲ ਪ੍ਰਾਪਤੀ ਹੋਣੀ ਹੈ। ਰੋਜ਼ 5 ਸੁਖਮਨੀ ਸਾਹਿਬ ਦੇ ਤੁਸੀਂ ਪਾਠ ਕਰਦੇ ਹੋ, ਪਰ ਧਿਆਨ ਨਾਲ ਨਹੀਂ ਕਰਦੇ, ਪ੍ਰਾਪਤੀ ਨਹੀਂ ਹੋਵੇਗੀ। ਉਂਝ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਲਾਭ ਉਹ ਤਾਂ ਤੁਹਾਨੂੰ ਮਿਲ ਹੀ ਜਾਣਾ, ਕਿਉਂਕਿ ਤੁਸੀਂ ਪਾਠ ਕੀਤਾ ਹੀ ਹੈ। ਪਰ ਜੇ ਪਰਮਾਤਮਾ ਦੀ ਪ੍ਰਾਪਤੀ ਬਿਨਾਂ ਧਿਆਨ ਤੋਂ ਨਹੀਂ ਹੁੰਦੀ। ਬਾਣੀ ਪੜ੍ਹੋ, ਧਿਆਨ ਨਾਲ ਪੜ੍ਹੋ, ਸਿਮਰਨ ਕਰੋ, ਧਿਆਨ ਨਾਲ ਕਰੋ। ਚਾਹੇ ਥੋੜ੍ਹੀ ਬਾਣੀ ਪੜ੍ਹੋ, ਚਾਹੇ ਥੋੜ੍ਹੀ ਦੇਰ ਸਿਮਰਨ ਕਰੋ। ਦੇਖਿਆ ਧਿਆਨ ਇੱਧਰ ਉੱਧਰ ਹੋਣ ਲੱਗਾ ਹੈ, ਫਿਰ ਜਿਹੜਾ ਹੈ ਫਿਰ ਕੋਸ਼ਿਸ਼ ਕਰੋ ਉਹਨੂੰ ਵਾਪਸ ਲਿਆਉਣ ਦੀ। ਜੇ ਕਹਿੰਦੇ ਵਾਹਿਗੁਰੂ, ਉਹਨੂੰ ਕੰਨਾਂ ਨਾਲ ਸੁਣਨਾ। ਕਿਵੇਂ ਜੀ ਵਾਹਿਗੁਰੂ ਕਰਨਾ? ਉਹ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਵੀ ਵਾਹਿਗੁਰੂ, ਇਹ ਨਹੀਂ ਹੈਗਾ। ਵਾਹਿਗੁਰੂ 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 ਵਾਹਿਗੁਰੂ, ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਲੈਣਾ ਦੇਣਾ ਵੀ ਜੋ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਕਿਸੇ ਵੀ ਤਰੀਕੇ ਨਾਲ ਕਰ ਰਹੇ ਹੋ। ਕੀ ਕੰਨਾਂ ਨਾਲ ਸੁਣ ਰਹੇ ਹੋ? ਮੈਂ ਕਹਿੰਦਾ ਵਾਹਿਗੁਰੂ, ਇਹਨੂੰ ਕੰਨਾਂ ਨਾਲ ਸੁਣ ਰਿਹਾ, ਵਾਹਿਗੁਰੂ ਕੰਨਾਂ ਨਾਲ ਸੁਣ ਰਿਹਾ, ਵਾਹਿਗੁਰੂ ਸੁਣ ਰਿਹਾ, ਸਾਰਾ ਪ੍ਰਵਾਨ ਹੋਈ ਜਾਏ ਸੱਚਖੰਡ 'ਚ। ਜਦੋਂ ਮੂੰਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਅਤੇ ਖਾ ਰਿਹਾ ਮੈਂ ਸਮੋਸੇ ਕੋਲੀ ਸਵੀਟਸ ਵਾਲਿਆਂ ਦੇ, ਉਹ ਕੋਈ ਪ੍ਰਵਾਨ ਨਹੀਂ ਹੁੰਦਾ। ਸੱਚਖੰਡ 'ਚ ਓਨੇ ਸਮੇਂ ਦੀ ਹਾਜ਼ਰੀ ਹੋਈ ਨਹੀਂ ਲੱਗੀ ਤੁਹਾਡੀ। ਪਾਠ ਤੁਸੀਂ ਕੀਤਾ, ਉਹ ਤਾਂ ਪ੍ਰਵਾਨ ਹੀ ਨਹੀਂ ਹੋਇਆ ਵੀ ਤੇਰਾ ਮਨ ਤੇ ਹਾਜ਼ਰ ਹੀ ਨਹੀਂ ਸੀ। ਤਾਂ ਸਿਆੜੇ ਕਹਿੰਦੇ ਬੁਰਾਈ ਵੇਲੇ ਮਨ ਹਾਜ਼ਰ ਰਹਿੰਦਾ ਹੈ, ਚੰਗਿਆਈ ਵੇਲੇ ਮਨ ਗੈਰ ਹਾਜ਼ਰ ਰਹਿੰਦਾ ਹੈ। ਇਸ ਲਈ ਬੁਰਾਈ ਦੀ ਜ਼ਿਆਦਾ ਸਜ਼ਾ ਮਿਲਦੀ ਕਿਉਂਕਿ ਮਨ ਹਾਜ਼ਰ ਸੀ। ਮਨ ਹਾਜ਼ਰ। ਮੈਂ ਇੱਕ ਬੁਰਾ ਕੰਮ ਕਰਨ ਲੱਗਾ, ਵੇਖਦਾ ਰਹਾਂਗਾ ਕੈਮਰੇ 'ਚੋਂ ਬਾਹਰ, ਅੰਦਰ ਕੈਮਰਾ ਲੱਗਾ, ਦੇਖਾਂਗਾ ਵਿਹੜੇ 'ਚ ਕੋਈ ਆ ਤਾਂ ਨਹੀਂ ਰਿਹਾ, ਕੋਈ ਦਰਵਾਜ਼ਾ ਬੰਦ ਕਰ ਲਓ, ਪਰਦਾ ਕਰ ਲਓ। ਬੁਰਾਈ ਵੇਲੇ ਬੰਦਾ ਸਾਵਧਾਨ ਹੁੰਦਾ ਹੈ, ਮਨ ਹਾਜ਼ਰ ਹੁੰਦਾ ਹੈ, ਇਸ ਲਈ ਉਹਦੀ ਸਜ਼ਾ ਜ਼ਿਆਦਾ ਮਿਲਦੀ ਹੈ। ਜਦ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਮਨ ਕਦੇ ਕਿਤੇ ਫੇਰੇ ਕਦੇ ਕਿਤੇ ਫੇਰੇ, ਉਹਦਾ ਫਲ ਘੱਟ ਮਿਲਦਾ ਹੈ। ਬੁਰਾਈ ਦੀ ਸਜ਼ਾ ਇਸ ਲਈ ਜ਼ਿਆਦਾ ਮਿਲਦੀ ਹੈ। ਜਦੋਂ ਵੀ ਕੋਈ ਬੰਦਾ ਮਾੜਾ ਕੰਮ ਕਰ ਲੈਂਦਾ, ਉਹਦਾ ਮਨ ਉੱਥੇ ਹਾਜ਼ਰ ਹੁੰਦਾ ਹੈ। ਚੋਰ ਚੋਰੀ ਕਰ ਰਿਹਾ, ਮਨ ਹਾਜ਼ਰ ਹੈ ਵੀ ਕਿਤੇ ਮਾਲਕ ਜਾਗ ਨਾ ਪਵੇ, ਕਿਤੇ ਉੱਠ ਨਾ ਖੜੇ, ਉਹਦਾ ਐਨ ਅਲਰਟ ਰਹਿੰਦਾ। ਉਹ ਭਜਨ ਬੰਦਗੀ ਵੇਲੇ ਉਹ ਕਦੇ ਧਿਆਨ ਕਿਤੇ ਕਦੇ ਕਿਤੇ, ਇਸ ਲਈ ਸਾਨੂੰ ਉਹਦਾ ਫਲ ਘੱਟ ਮਿਲਦਾ ਹੈ। ਕਿਉਂ? ਸਾਡਾ ਧਿਆਨ ਨਹੀਂ ਹੈ। ਮਹਾਨਤਾ ਧਿਆਨ ਦੀ ਹੈ, ਬਹੁਤੇ ਦੀ ਮਹਾਨਤਾ ਨਹੀਂ ਹੈਗੀ, ਧਿਆਨ ਦੀ ਮਹਾਨਤਾ ਹੈ। ਪਰ ਚਲੋ ਜੇ ਮਨ ਨਹੀਂ ਲੱਗਦਾ, ਲੱਗੇ ਰਹੋ, ਹੌਲੀ 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 ਉਹਨੂੰ ਵੀ ਆਦਤ ਪੈ ਜਾਏ ਵੀ ਇਹ ਨਹੀਂ ਖੇੜਾ ਛੱਡਦਾ। ਇਹ ਬੰਦੇ ਨੇ ਖਹਿੜਾ ਨਹੀਂ ਮੇਰਾ ਛੱਡਿਆ, ਮਨ ਸੋਚਦਾ ਇਹ ਤਾਂ ਲੱਗਾ ਨਹੀਂ ਹਟਦਾ, ਉਹ ਵੀ ਹੌਲੀ ਹੌਲੀ ਫਿਰ ਵੱਸ 'ਚ ਆ ਜਾਂਦਾ, ਟਿਕ ਜਾਂਦਾ ਉਹ ਵੀ। ਹਾਂਜੀ, ਅਸੀਂ ਲੱਗੇ ਵੀ ਰਹਿਣਾ ਹੈ, ਛੱਡ ਨਹੀਂ ਦੇਣਾ ਵੀ ਮਨ ਟਿਕਦਾ ਨਹੀਂ ਹੈ ਵੀ ਛੱਡ ਦਿਓ ਜੀ, ਛੱਡਣਾ ਨਹੀਂ ਹੈ, ਲੱਗੇ ਰਹਿਣਾ, ਕੋਸ਼ਿਸ਼ ਕਰਨੀ ਹੈ ਵੀ ਅਸੀਂ ਜਿੰਨਾ ਵੀ ਸਮਾਂ ਭਜਨ ਬੰਦੀ ਕਰੀਏ ਸਾਵਧਾਨ ਰਹੀਏ। ਤਾਂ ਕਹਿੰਦੇ ਸੁਖ ਸਹਿਜੇ ਜਪ ਹਿਰਦੈ ਮੁਰਾਰ। ਕਹਿੰਦੇ ਤੁਹਾਨੂੰ ਸਹਿਜੇ ਹੀ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਜਦੋਂ ਤੁਸੀਂ ਮਨ ਕਰਕੇ ਪਰਮਾਤਮਾ ਦਾ ਨਾਮ ਜਪੋਗੇ। ਨਜ਼ਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ, ਗੁਰਮੁਖ ਨਾਮ ਪਦਾਰਥ ਪਾਏ। ਨਜ਼ਰ ਕਰੇ, ਜੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦੇ ਤਾਂ ਮੇਲ ਮਿਲਾਏ। ਪਹਿਲਾਂ ਗੁਰੂ ਨਾਲ ਮਿਲਾਉਂਦਾ, ਫਿਰ ਆਪਣੇ ਨਾਲ ਮਿਲਾਉਂਦਾ। ਮੇਲ ਮਿਲਾਏ, ਮੇਲ ਕੀ ਲੱਲਣ ਸਿਹਾਰੀ,
ਗੁਰੂ ਨਾਲ ਮੇਲ ਕੇ ਫਿਰ ਆਪਣੇ ਨਾਲ ਜੀਵਨ ਮਿਲਾਉਂਦਾ। ਸਿੱਧਾ ਪਰਮਾਤਮਾ ਨਹੀਂ ਸਾਨੂੰ ਮਿਲਾਉਂਦਾ ਆਪਣੇ ਨਾਲ ਨਾ, ਪਹਿਲਾਂ ਸਾਨੂੰ ਗੁਰੂ ਕੋਲੇ ਭੇਜਦਾ, ਚਲੋ ਲਓ ਗੁਰਮੰਤਰ, ਚਲੋ ਗੁਰੂ ਦੇ ਆਖੇ ਲੱਗੋ, ਹਾਂਜੀ, ਫਿਰ ਆਪਣੇ ਨਾਲ ਮਿਲਾਉਂਦਾ। ਤਾਂ ਲਿਖਿਆ ਮੇਲ ਮਿਲਾਏ, ਨਜ਼ਰ ਕਰੇ। ਜਦੋਂ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਹੈ, ਫਿਰ ਜੀਵ ਨੂੰ ਗੁਰੂ ਕੋਲੇ ਭੇਜਦਾ ਹੈ, ਫਿਰ ਆਪਣੇ ਨਾਲ ਮਿਲਾਉਂਦਾ ਹੈ। ਫਿਰ ਉਹ ਜੀਵ ਕੀ ਕਰਦਾ ਹੈ? ਹੁਣ ਕਿਰਪਾ ਦ੍ਰਿਸ਼ਟੀ ਹੋ ਗਈ ਪਰਮਾਤਮਾ ਦੀ, ਗੁਣ ਸੰਗ੍ਰਹਿ, ਉਹ ਗੁਣ ਇਕੱਠੇ ਕਰਦਾ ਹੈ। ਸੰਗ੍ਰਹਿ ਦਾ ਇਕੱਠੇ ਕਰਨਾ, ਗੁਣਾਂ ਨੂੰ ਇਕੱਠਿਆਂ ਕਰਦਾ ਹੈ। ਔਗਣ ਸ਼ਬਦ ਲਾਏ, ਨਾਮ ਜਪ ਜਪ ਕੇ ਆਪਣੇ ਔਗਣਾਂ ਨੂੰ ਸਾੜ ਲੈਂਦਾ ਹੈ। ਜਿੰਨੀ ਅੰਦਰ ਬੁਰਾਈਆਂ ਨੇ ਉਹ ਨਾਮ ਨਾਲ ਸੜ ਜਾਂਦੀਆਂ ਨੇ। ਨਾਮ ਜਪੀ ਜਾਂਦਾ ਹੈ, ਅੰਦਰ ਬੁਰਾਈਆਂ ਸੜ ਗਈਆਂ, ਗੁਣ ਇਕੱਠੇ ਹੋ ਗਏ। ਗੁਰਮੁਖ ਨਾਮ ਪਦਾਰਥ ਪਾਏ। ਫਿਰ ਗੁਰੂ ਦੇ ਆਖੇ ਲੱਗਣ ਵਾਲਾ ਬੰਦਾ ਨਾਮ ਪਦਾਰਥ ਪਾ ਲੈਂਦਾ। ਨਾਮ ਨੂੰ ਪਦਾਰਥ ਕਿਹਾ ਗਿਆ। ਗੁਰਬਾਣੀ 'ਚ ਪਦਾਰਥ ਬਹੁਤ ਕੀਮਤੀ ਚੀਜ਼ ਨੂੰ ਕਿਹਾ। 4 ਪਦਾਰਥ ਜੇ ਕੋ ਮੰਗੈ, ਕੀਮਤੀ ਚੀਜ਼ ਹੈ ਜਿਹੜੀ ਬਹੁਤ ਕੀਮਤੀ ਚੀਜ਼ ਹੈ, ਉਸ ਨੂੰ ਗੁਰਬਾਣੀ 'ਚ ਪਦਾਰਥ ਕਿਹਾ। ਨਾਮ ਬਹੁਤ ਕੀਮਤੀ ਚੀਜ਼ ਹੈ, ਇਸ ਲਈ ਇਹਨੂੰ ਪਦਾਰਥ ਕਿਹਾ ਹੈ। ਗੁਰੂ ਰਾਹੀਂ ਫਿਰ ਉਸ ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਬਿਨ ਨਾਮੇ ਸਭ ਦੁਖ ਨਿਵਾਸ, ਮਨਮੁਖ ਮੂੜ ਮਾਇਆ ਚਿਤਵਾਸ। ਗੁਰਮੁਖ ਗਿਆਨ ਤੁਰ ਕਰਮ ਲਿਖਿਆਸ। ਕਹਿੰਦੇ ਬਿਨ ਨਾਮੇ ਸਭ ਦੁਖ ਨਿਵਾਸ। ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹਦਾ ਤਾਂ ਨਿਵਾਸ ਹੀ ਦੁੱਖਾਂ 'ਚ, ਉਹ ਤਾਂ ਰਹਿੰਦੇ ਦੁੱਖਾਂ 'ਚ। ਜਿਹੜਾ ਬੰਦਾ ਨਾਮ ਨਹੀਂ ਜਪਦਾ ਨਾ, ਕਹਿੰਦੇ ਉਹਦਾ ਨਿਵਾਸ ਤੇ ਹੈ ਹੀ ਦੁੱਖਾਂ 'ਚ। ਭਾਵ ਉਹ ਦੁੱਖ ਹੀ ਦੁੱਖ ਭੋਗਦਾ ਰਹਿੰਦਾ ਹੈ। ਉਹ ਮਨਮੁਖ ਹੈ ਕਿਉਂਕਿ ਨਾਮ ਨਹੀਂ ਜਪਦਾ, ਮੂੜ ਹੈ, ਮੂਰਖ ਹੈ, ਮਾਇਆ ਚਿਤਵਾਸ, ਉਹਦਾ ਤਾਂ ਮਨ ਮਾਇਆ 'ਚ ਲੱਗਾ ਰਹਿੰਦਾ ਹੈ। ਉਹ ਮਨਮੁਖ ਹੋਣ ਕਰਕੇ, ਮੂਰਖ ਹੋਣ ਕਰਕੇ ਉਹਦਾ ਚਿੱਤ ਹਮੇਸ਼ਾ ਮਾਇਆ 'ਚ ਲੱਗਾ ਰਹਿੰਦਾ ਹੈ ਵੀ ਹੋਰ ਮਾਇਆ, ਹੋਰ ਮਾਇਆ, ਹੋਰ ਮਾਇਆ। ਨਾਮ ਜਪਦਾ ਨਹੀਂ, ਇਸ ਲਈ ਦੁਖੀ ਰਹਿੰਦਾ ਹੈ। ਗੁਰਮੁਖ ਗਿਆਨ ਧੁਰ ਕਰਮ ਲਿਖਿਆ ਸੀ। ਗੁਰੂ ਰਾਹੀਂ ਗਿਆਨ ਉਸ ਨੂੰ ਹੁੰਦਾ ਜਿਹੜਾ ਧੁਰੋਂ ਹੀ ਐਸਾ ਕਰਮ ਲਿਖਾ ਕੇ ਲਿਆ ਹੈ। ਜਿਹੜੇ ਧੁਰੋਂ ਹੀ ਭਾਗਾਂ 'ਚ ਲਿਖਿਆ ਹੋਇਆ ਨਾ, ਉਹ ਫਿਰ ਗੁਰੂ ਵਾਲੇ ਬਣਦੇ ਨੇ। ਗੁਰੂ ਰਾਹੀਂ ਉਹਨਾਂ ਨੂੰ ਫਿਰ ਰੱਬ ਦਾ ਗਿਆਨ ਹੁੰਦਾ ਹੈ। ਜਦੋਂ ਰੱਬ ਦਾ ਗਿਆਨ ਹੁੰਦਾ ਤਾਂ ਫਿਰ ਦੁੱਖ ਦੀ ਥਾਂ 'ਤੇ ਉਹਦਾ ਨਿਵਾਸ ਸੁੱਖਾਂ 'ਚ ਹੋ ਜਾਂਦਾ ਹੈ। ਇਸ ਲਈ ਅਸੀਂ ਨਾਮ ਜਪਣਾ। ਜੇ ਨਾਮ ਨਹੀਂ ਜਪਾਂਗੇ ਤਾਂ ਫਿਰ ਦੁਖੀ ਰਹਾਂਗੇ। ਦੁਖੀ ਕੋਈ ਰਹਿਣਾ ਨਹੀਂ ਚਾਹੁੰਦਾ, ਸੁਖੀ ਹੋਣ ਦਾ ਲੋਕਾਂ ਨੂੰ ਢੰਗ ਨਹੀਂ ਆਉਂਦਾ ਹੈ। ਦੁਖੀ ਕੋਈ ਨਹੀਂ ਰਹਿਣਾ ਚਾਹੁੰਦਾ। ਸੁਖੀ ਕਿਵੇਂ ਹੋਇਆ ਜਾ ਸਕਦਾ, ਉਹਨੂੰ ਢੰਗ ਨਹੀਂ ਹੈ। ਉਹ ਕਹਿੰਦਾ ਸ਼ਾਇਦ ਮੇਰੇ ਕੋਲ ਬਹੁਤ ਮਾਇਆ ਹੋਵੇ, ਬਹੁਤ ਵੱਡਾ ਘਰ ਹੋਵੇ, ਵੱਡੀ ਵੱਡੀ ਕਾਰ ਹੋਵੇ, ਧੀਆਂ ਪੁੱਤਰ ਹੋਣ, ਬਹੁਤ ਵੱਡਾ ਬਿਜ਼ਨਸ ਹੋਵੇ, ਮੈਂ ਸੁਖੀ ਹੋ ਜਾਵਾਂਗਾ। ਮੈਂ ਵੀ ਇਹੀ ਸੋਚਦਾ ਸੀ ਪਹਿਲਾਂ। 71 'ਚ ਬਾਣੀ ਮੈਂ ਪੜ੍ਹਨ ਲੱਗਾ ਅਤੇ ਮੇਰੇ ਦਿਮਾਗ 'ਚ ਇਹੀ ਸੀ ਕਿ ਜਿਹੜੇ ਅਮੀਰ ਲੋਕ ਹੁੰਦੇ ਨੇ ਇਹ ਸੁਖੀ ਹੁੰਦੇ ਨੇ। ਪਰ ਗੁਰਬਾਣੀ ਕਿ ਨਹੀਂ, ਐਸਾ ਨਹੀਂ ਹੈ। ਪਰ ਮੇਰੇ ਤਜਰਬੇ 'ਚ ਨਾ ਆਇਆ। ਕੋਈ 75 ਦੀ ਗੱਲ ਹੋਣੀ ਹੈ, ਮੇਰਾ ਦੋਸਤ ਮੈਨੂੰ ਕਹਿੰਦਾ ਵੀ ਲੁਧਿਆਣੇ ਚਲੀ। ਅਸੀਂ ਲੁਧਿਆਣੇ ਕਿਸੇ ਕੰਮ ਗਏ। ਉਹ ਕਹਿੰਦੇ ਦੁਪਹਿਰ ਹੋ ਗਈ, ਚੱਲ ਆਪਾਂ ਸਾਡੇ ਰਿਸ਼ਤੇਦਾਰਾਂ ਦੇ ਚੱਲਦੇ ਹਾਂ, ਚਲੋ ਕੋਈ ਰੋਟੀ ਪਾਣੀ ਖਾ ਲਾਂ, ਕੋਈ ਚਾਹ ਪਾਣੀ ਪੀ ਲਾਂਗੇ। ਚਲੋ ਚਲੇ ਗਏ ਜੀ। ਬਹੁਤ ਵੱਡੀ ਕੋਠੀ, ਮਹਿਲ ਦੀ ਵਰਗੀ। 1974 ਦੀ ਗੱਲ ਹੈ। 6 ਕਾਰਾਂ ਘਰ 'ਚ ਖੜ੍ਹੀਆਂ, ਪੋਰਚ ਦੇ ਵਿੱਚ 6 ਕਾਰਾਂ ਖੜ੍ਹੀਆਂ। ਇਹ ਆਪਣੀ ਪੋਰਚ ਮੈਂ ਲੰਮੀ ਇਸ ਲਈ ਬਣਾਈ ਹੈ ਵੀ ਜੈਮਲ ਸਾਹਿਬ ਤੂੰ ਜੇ ਕਾਰ ਖਰੀਦੇਂਗਾ ਤਾਂ ਕਾਰ ਵਾਲੇ ਨੂੰ ਮਿਲਣ ਵਾਲੇ ਕਾਰ ਵਾਲੇ ਆਉਣਗੇ। ਇਹ ਖਿਆਲ ਰੱਖ ਕੇ ਲੰਮੀ ਬਣਾਈ ਹੈ। ਉਹਦਾ ਦੂਰਾ ਫਾਇਦਾ ਹੋ ਗਿਆ। ਚੱਲ ਕਾਰ ਕੂਰ ਤਾਂ ਵੇਚਦੀ 7 ਸਾਲ ਚਲਾ ਕੇ, ਚੱਲ ਸੰਗਤ ਤੇ ਬਹਿੰਦੀ ਨਾ। ਲੰਮੀ ਅਤੇ ਸਿੱਧੀ ਪੋਰਚ ਹੋਣ ਦਾ ਫਾਇਦਾ ਹੋ ਗਿਆ। ਜਦ ਮੈਂ ਘਰ ਪਾਇਆ ਕੋਈ ਆ ਜਾਏ, ਨਹੀਂ ਜੀ ਤੁਸੀਂ ਰਸੋਈ ਪਰਾਂ ਲੈ ਗਏ ਹੋ ਜੀ, ਰਸੋਈ ਇੱਧਰ ਨੂੰ ਹੋਣੀ ਚਾਹੀਦੀ ਹੈ, ਉਹ ਦਿਸਣਾ ਚਾਹੀਦਾ ਗੇਟ ਵੱਲ ਜੀ। ਮੈਂ ਗੇਟ ਵੱਲ ਵੇਖ ਕੇ ਕੀ ਕਰਨਾ? ਕੌਣ ਆਇਆ? ਜੇ ਕੋਈ ਆਇਆ ਤਾਂ ਮੈਨੂੰ ਜਾ ਕੇ ਖੋਲ੍ਹਣਾ ਹੀ ਪੈਣਾ ਦਰਵਾਜ਼ਾ। ਅਗਲਾ ਖੜਕਾਊਗਾ, ਬੈਲ ਵਜਾਊਗਾ, ਮੈਨੂੰ ਖੋਲ੍ਹਣਾ ਹੀ ਪੈਣਾ ਜਾ ਕੇ। ਅਸੀਂ ਹਰ ਵੇਲੇ ਰਸੋਈ ਮੈਂ ਨਹੀਂ ਕਰਦਾ, ਮੈਨੂੰ ਨਹੀਂ ਟੇਢਾ ਜਿਹਾ ਘਰ ਚੰਗਾ ਲੱਗਦਾ, ਮੈਂ ਤਾਂ ਸਿੱਧਾ ਰੱਖੂੰਗਾ।
ਉਹ ਕਿੰਨਾ ਫਾਇਦਾ ਹੋ ਗਿਆ ਉਦੋਂ। ਕਿਉਂ? ਬਾਅਦ 'ਚ ਫਾਇਦਾ ਹੋਣਾ ਸੀ, ਇਸ ਲਈ ਪ੍ਰਮਾਤਮਾ ਨੇ ਉਹਨਾਂ ਦੀ ਗੱਲ ਹੀ ਨਹੀਂ ਮੈਨੂੰ ਮੰਨਣ ਦਿੱਤੀ। ਮੈਂ ਆਪਣੇ ਤਰੀਕੇ ਨਾਲ ਹੀ ਪਾਈ, ਜਿੱਦਾਂ ਕਿ ਹੁਣ ਮੈਨੂੰ ਲਾਭ ਹੈ, ਸੰਗਤ ਬੈਠ ਕੇ ਸਵੇਰੇ ਚਾਹ ਪਾਣੀ ਛਕਦੇ ਫੰਕਸ਼ਨ ਵੇਲੇ। ਇਸ ਲਈ ਗੁਰਮੁਖ ਗਿਆਨ ਤੁਰ ਕਰਮ ਲਿਖਿਆ ਸੀ। ਰੱਬ ਦਾ ਗਿਆਨ ਗੁਰੂ ਰਾਹੀਂ ਉਹਨਾਂ ਨੂੰ ਹੁੰਦਾ ਜਿਹੜੇ ਧੁਰੋਂ ਲਿਖਾ ਕੇ ਲੈਣ, ਧੁਰੋਂ ਹੀ ਲਿਖਾ ਕੇ ਲੈਣ। ਕਿਸਮਤ 'ਚ ਹੀ ਲਿਖਿਆ ਹੋਇਆ ਸੀ ਕਿ ਤੈਨੂੰ ਰੱਬੀ ਗਿਆਨ ਹੋਵੇਗਾ। ਇਸ ਲਈ ਫਿਰ ਬੰਦਾ ਗੁਰੂ ਵਾਲਾ ਹੋ ਗਿਆ, ਗੁਰੂ ਦੇ ਆਖੇ ਲੱਗਣ ਲੱਗ ਪਿਆ ਹੈ। ਫਿਰ ਇੱਕ ਦਿਨ ਗੁਰੂ ਨੇ ਕਿਰਪਾ ਕਰਤੀ, ਗਿਆਨ ਪ੍ਰਾਪਤ ਕਰਾਤਾ ਹੈ। ਇਸ ਲਈ ਹਾਂ, ਉਹ ਲੁਧਿਆਣੇ ਮੈਂ ਗਿਆ, ਚਲੋ ਬੈਠੇ ਗੱਲਾਂ ਕਰਦੇ ਰਹੇ। ਗੱਲਾਂ ਕਰਦੇ ਕਰਦੇ ਵੱਡਾ ਸਰਦਾਰ ਸੀ ਉਹ ਰੋ ਪਿਆ, ਅੱਖਾਂ 'ਚ ਹੰਝੂ ਆ ਗਏ। ਮੈਂ ਅੰਕਲ ਜੀ, ਮੈਂ ਬੜਾ ਹੈਰਾਨ ਹੋਇਆ। ਮੈਂ ਅੰਕਲ ਜੀ ਤੁਹਾਨੂੰ ਕੀ ਦੁੱਖ ਹੈ? ਮੈਂ ਤਾਂ ਸੋਚਿਆ ਵੀ 6 ਕਾਰਾਂ, ਉਹ ਤਾਂ ਸਕੂਟਰ ਮਸਾਂ ਲੋਕਾਂ ਕੋਲ ਹੁੰਦਾ ਸੀ, ਕਿਸੇ ਵਿਰਲੇ ਟਾਵੇਂ ਕੋਲੇ ਕਾਰ ਹੁੰਦੀ ਸੀ ਉਦੋਂ। ਨਹੀਂ ਤਾਂ ਆਮ ਲੋਕਾਂ ਕੋਲ ਸਕੂਟਰ ਮੋਟਰਸਾਈਕਲ ਹੁੰਦੇ ਸਨ। ਅਤੇ ਮੈਂ ਤਾਂ ਹੈਰਾਨ ਰਹਿ ਗਿਆ ਵੀ ਐਡੀ ਵੱਡੀ ਕੋਠੀ, 6 ਕਾਰਾਂ ਖੜ੍ਹੀਆਂ, ਗਲੀਚੇ ਘਰ 'ਚ ਵਿਛੇ ਹੋਏ ਨੇ। ਮੈਨੂੰ ਸਮਝ ਨਾ ਆਵੇ ਜੁੱਤੀ ਸਮੇਤ ਅੰਦਰ ਜਾਵਾਂ ਕਿ ਲਾਹ ਕੇ ਜਾਵਾਂ। ਖੈਰ ਮੈਂ ਦੋਸਤ ਨੂੰ ਅੱਗੇ ਕਰਤਾ, ਮੈਂ ਤਾਂ ਆਉਂਦਾ ਰਹਿੰਦਾ, ਇਹ ਜਿਵੇਂ ਕਰੂਗਾ ਉਵੇਂ ਮੈਂ ਕਰ ਲਵਾਂਗਾ। ਖੈਰ ਮੈਂ ਅੰਕਲ ਜੀ ਵੀ ਤੁਹਾਨੂੰ ਕੀ ਦੁੱਖ ਹੈ? ਕਹਿੰਦਾ ਕਾਕਾ ਜਿੰਨਾ ਮੈਂ ਦੁਖੀ ਹਾਂ ਸ਼ਾਇਦ ਹੀ ਸੰਸਾਰ 'ਚ ਕੋਈ ਹੋਵੇ। ਮੈਂ ਜੀ ਤੁਸੀਂ ਕਿਉਂ ਦੁਖੀ ਹੋ? ਕਹਿੰਦਾ ਅਸੀਂ ਘਰ ਦੇ 6 ਜੀ ਹਾਂ। ਕਾਕਾ ਬਾਹਰ 6 ਕਾਰਾਂ ਖੜੀ ਹੈ। ਮੈਂ ਹਾਂਜੀ, ਕਿਸੇ ਦੀ ਆਪਸ 'ਚ ਨਹੀਂ ਬਣਦੀ, ਤੂੰ ਮੈਂ ਕਰਦੇ ਰਹਿੰਦੇ, ਹਰ ਵਕਤ ਘਰ 'ਚ ਅਸ਼ਾਂਤੀ ਰਹਿੰਦੀ ਹੈ। ਮੈਂ ਬਹੁਤ ਦੁਖੀ ਹਾਂ। ਉਹਦੇ ਮੇਰੇ ਦਿਮਾਗ ਤੋਂ ਪਰਦਾ ਲੈ ਗਿਆ ਵੀ ਅਮੀਰ ਸੁਖੀ ਹੁੰਦੇ, ਨਹੀਂ ਤਾਂ ਮੇਰੇ ਦਿਮਾਗ 'ਚ ਇਹ ਸੀ ਵੀ ਅਮੀਰ ਸੁਖੀ ਹੁੰਦੇ ਨੇ। ਐਡਾ ਅਮੀਰ ਵੀ ਰੋ ਰਿਹਾ ਹੈ, ਦੁਖੀ ਹੈ। ਇਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਹੈ। ਸੁੱਖ ਨਾ ਹੀ ਰੇ ਹਰ ਭਗਤ ਬਿਨਾਂ। ਸੋ ਸਤਿਕਾਰਯੋਗ ਸਾਧ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।